ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਪਤਾ ਹੀ ਹੋਵੇਗਾ ਕਿ 14 ਮਾਰਚ ਵਾਲੇ ਦਿਨ ਚੇਤ ਮਹੀਨਾ ਪ੍ਰਾਰੰਭ ਹੋਇਆ ਸੀ, ਜੋ ਨਾਨਕਸ਼ਾਹੀ ਸੰਬਤ ਦਾ ਨਵਾਂ ਸਾਲ ਹੁੰਦਾ ਹੈ। ਸੋ ਇਸ ਨਵੇਂ ਸਾਲ ਦੇ ਸੰਬੰਧ ਵਿੱਚ ਆਪਾਂ ਬੀਤੇ ਸ਼ੁੱਕਰਵਾਰ ਵਾਲੇ ਦਿਨ ਥੋੜ੍ਹੀ ਜਿਹੀ ਵਿਚਾਰ ਕੀਤੀ ਸੀ, ਤੇ ਅੱਜ ਆਪਾਂ ਅਰਦਾਸ ਤੋਂ ਬਾਅਦ, ਹੁਕਮਨਾਮਾ ਲੈਣ ਤੋਂ ਬਾਅਦ ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਘਣਾ, ਇਸ ਸ਼ਬਦ ਦਾ ਪਾਠ ਕਰਾਂਗੇ। ਸੋ ਆਪ ਸਾਰੀ ਸੰਗਤ ਨੂੰ ਇਹ ਨਵਾਂ ਸਾਲ ਮੁਬਾਰਕ ਹੋਵੇ। ਪਰਮਾਤਮਾ ਕਰੇ ਸੰਸਾਰ ਵਿੱਚ ਸੁੱਖ ਅਤੇ ਸ਼ਾਂਤੀ ਬਹਾਲ ਹੋਵੇ। ਦੂਸਰੇ ਨੰਬਰ ਤੇ 2 ਚੇਤ 15 ਮਾਰਚ ਨੂੰ ਦਿੱਲੀ ਫਤਿਹ ਦਿਵਸ ਸੀ। ਅੱਜ ਆਪਾਂ ਉਹਦੇ ਸੰਬੰਧ ਵਿੱਚ ਥੋੜ੍ਹੀ ਜਿਹੀ ਵਿਚਾਰ ਕਰਾਂਗੇ। ਫਿਰ ਤੀਜੇ ਨੰਬਰ ਤੇ ਹੈ 6 ਚੇਤ ਨੂੰ, ਯਾਨੀ ਕੱਲ੍ਹ 19 ਮਾਰਚ ਹੋਲਾ ਮਹੱਲਾ ਸੀ, ਜੋ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਬੜੇ ਪਿਆਰ ਨਾਲ, ਉਤਸ਼ਾਹ ਨਾਲ ਮਨਾਇਆ ਗਿਆ। ਆਪਾਂ ਥੋੜ੍ਹੀ ਜਿਹੀ ਗੱਲਬਾਤ ਇਹਦੇ ਤੇ ਵੀ ਕਰਾਂਗੇ, ਤੇ ਫਿਰ ਆਪਾਂ ਪਿਛਲੇ ਐਤਵਾਰ ਜਿੱਥੇ ਵਿਚਾਰ ਛੱਡੀ ਸੀ ਸੱਤਾ ਬਲਵੰਡ ਜੀ ਦੇ ਸੰਬੰਧ ਵਿੱਚ, ਉੱਥੋਂ ਹੀ ਪ੍ਰਾਰੰਭ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਜਿਹੜਾ ਦਿੱਲੀ ਫਤਿਹ ਦਿਵਸ ਹੈ 15 ਮਾਰਚ ਵਾਲੇ ਦਿਨ ਜੋ ਸੀ, ਇਹ ਜਿਹੜਾ ਦਿੱਲੀ ਫਤਿਹ ਦਿਵਸ ਹੈ, ਇਹ ਸਰਦਾਰ ਬਘੇਲ ਸਿੰਘ ਉਹਨਾਂ ਦੇ ਨਾਲ ਸੰਬੰਧਿਤ ਹੈ। ਸਰਦਾਰ ਬਘੇਲ ਸਿੰਘ ਦਾ ਜਨਮ 1730 ਈਸਵੀ ਵਿੱਚ ਝਬਾਲ ਪਿੰਡ ਵਿੱਚ, ਜੋ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦਾ ਹੈ, ਉਸ ਜਗ੍ਹਾ ਤੇ ਹੋਇਆ ਸੀ। ਇਹ ਛੋਟੀ ਉਮਰ ਵਿੱਚ ਬੜੇ ਹੋਣਹਾਰ ਬਾਲਕ ਸਨ। ਜਿਵੇਂ ਵੱਡੇ ਹੋਏ ਤੇ ਇਹ ਕਰੋੜ ਸਿੰਘੀਆਂ ਮਿਸਲ ਵਿੱਚ ਸ਼ਾਮਲ ਹੋਏ ਸਨ। ਆਪਾਂ ਨੂੰ ਇਹ ਪਤਾ ਹੋਣਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਉੱਤੇ ਅਬਦਾਲੀਆਂ ਦੁਆਰਾ, ਮੁਗਲਾਂ ਦੁਆਰਾ ਬਹੁਤ ਸਖਤੀ ਕੀਤੀ ਗਈ ਸੀ, ਤੇ ਵਿੱਚ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਪੰਜਾਬ ਦੇ ਖਿੱਤੇ ਵਿੱਚੋਂ ਸਿੱਖਾਂ ਨੂੰ ਬਾਹਰ ਨਿਕਲਣਾ ਪਿਆ। ਉਹ ਜੰਗਲਾਂ ਬੀਆਬਾਨਾਂ ਵਿੱਚ ਜਾ ਕੇ ਰਹਿਣ ਲੱਗੇ, ਤੇ ਜਦੋਂ ਕਿਤੇ ਉਹ ਆਪਣੀ ਤਾਕਤ ਫੜਦੇ ਤੇ ਉਹ ਆ ਕੇ ਇਹਨਾਂ ਹਮਲਾਵਰਾਂ ਦੇ ਉੱਤੇ ਹਮਲੇ ਵੀ ਕਰਦੇ, ਉਹਨਾਂ ਦਾ ਬਹੁਤ ਭਾਰੀ ਨੁਕਸਾਨ ਵੀ ਕਰਦੇ। ਸਹਿਜੇ ਸਹਿਜੇ ਉਹਨਾਂ ਸਿੱਖਾਂ ਨੇ ਇੱਥੇ ਆਪਣੇ ਆਪਣੇ ਕਿਸੇ ਇਲਾਕੇ ਉੱਤੇ ਕਬਜ਼ਾ ਕਰਨਾ ਸ਼ੁਰੂ ਕੀਤਾ। ਹੌਲੀ ਹੌਲੀ ਕਰਦਿਆਂ ਕਰਦਿਆਂ ਉਹਨਾਂ ਨੇ 12 ਰਿਆਸਤਾਂ ਕਾਇਮ ਕੀਤੀਆਂ। ਪੰਜਾਬ ਦੇ ਖਿੱਤੇ ਵਿੱਚ ਜਿਹੜੀਆਂ 12 ਰਿਆਸਤਾਂ ਉਹਨਾਂ ਨੇ ਕਾਇਮ ਕੀਤੀਆਂ, ਉਹਨਾਂ ਨੂੰ 12 ਮਿਸਲਾਂ ਦਾ ਨਾਂ ਦਿੱਤਾ ਗਿਆ। ਇਹ ਜਿਹੜੀਆਂ 12 ਮਿਸਲਾਂ ਸਨ, ਅਸਲ 'ਚ ਮਿਸਲ ਦਾ ਜਿਹੜਾ ਅਰਥ ਹੈ ਉਹ ਹੈ ਬਰਾਬਰ। ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ। ਉਸ ਮਿਸਲ ਦੇ ਵਿੱਚ ਸਾਰੇ ਬਰਾਬਰ ਦਾ ਅਧਿਕਾਰ ਰੱਖਦੇ ਹੁੰਦੇ ਸਨ। ਕੋਈ ਵੱਡਾ ਜਾਂ ਛੋਟਾ ਨਹੀਂ ਸੀ ਹੁੰਦਾ,
ਸਾਰੇ ਬਰਾਬਰ ਦਾ ਹੱਕ ਰੱਖਦੇ ਸਨ। ਇਸ ਤਰ੍ਹਾਂ ਇਹ 12 ਮਿਸਲਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਮਿਸਲ ਸੀ ਸ਼ੁਕਰ ਚੱਕੀਆ, ਜਿਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਹੋਏ, ਜਿਨ੍ਹਾਂ ਨੇ ਇਹਨਾਂ 12 ਮਿਸਲਾਂ ਨੂੰ ਇੱਕ ਰਾਜ ਵਿੱਚ ਸਥਾਪਿਤ ਕੀਤਾ ਤੇ ਉਹਨਾਂ ਨੇ ਬਹੁਤ ਵੱਡਾ ਰਾਜ ਕਾਇਮ ਕੀਤਾ। ਅੱਜ ਦਾ ਜਿਹੜਾ ਪੰਜਾਬ ਹੈ, ਇਹ ਕੋਈ ਪੰਜਾਬ ਨਹੀਂ, ਇਹ ਤੇ ਬਹੁਤ ਛੋਟਾ ਜਿਹਾ ਇਲਾਕਾ ਅੱਜ ਸਿੱਖਾਂ ਦੇ ਕੋਲ ਹੈ। ਉਹ ਵੀ ਬਰਾਏ ਨਾਮ ਹੈ ਸਿੱਖਾਂ ਦੀ, ਉਹਦੇ ਵਿੱਚ ਚੱਲਦੀ ਨਹੀਂ। ਉਹ ਆਪਣੀ ਗੱਲ ਨਹੀਂ ਕਰ ਸਕਦੇ, ਆਪਣੇ ਹੱਕ ਨਹੀਂ ਲੈ ਸਕਦੇ। ਜੇ ਹੱਕ ਲੈਣ ਦੀ ਗੱਲ ਕਰਨ ਤੇ ਉਹਨਾਂ ਨੂੰ ਬੜਾ ਹੀ ਜੱਦੋ-ਜਹਿਦ ਕਰਨਾ ਪੈਂਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡਾ ਰਾਜ ਕਾਇਮ ਕੀਤਾ। ਉਸ ਰਾਜ ਦਾ ਨਾਮ ਉਹਨਾਂ ਨੇ ਖਾਲਸਾ ਰਾਜ ਰੱਖਿਆ ਸੀ ਤੇ ਉਸ ਇਲਾਕੇ ਨੂੰ ਉਦੋਂ ਪੰਜਾਬ ਨਹੀਂ, ਸਗੋਂ ਦੇਸ਼ ਪੰਜਾਬ ਆਖਿਆ ਜਾਂਦਾ ਸੀ। ਸੋ ਇਸੇ ਹੀ ਦੇਸ਼ ਪੰਜਾਬ ਵਿੱਚ ਸਰਦਾਰ ਬਘੇਲ ਸਿੰਘ ਪੈਦਾ ਹੋਏ ਸਨ। ਇਹ ਵੱਡੇ ਹੋ ਕੇ ਕਰੋੜ ਸਿੰਘੀਆ ਜਿਹੜੀ ਮਿਸਲ ਸੀ ਉਹਦੇ ਵਿੱਚ ਸ਼ਾਮਲ ਹੋਏ ਤੇ ਇਹਨਾਂ ਨੇ ਉਸ ਮਿਸਲ ਦੇ ਇਲਾਕੇ ਨੂੰ ਬਹੁਤ ਵਿਸਥਾਰ ਦਿੱਤਾ, ਯਾਨੀ ਦੂਰ ਤੱਕ ਇਹਨਾਂ ਨੇ ਉਸ ਮਿਸਲ ਨੂੰ ਫੈਲਾਇਆ। ਗੰਗਾ ਨੂੰ ਪਾਰ ਕੀਤਾ, ਯਮੁਨਾ ਨੂੰ ਪਾਰ ਕੀਤਾ ਤੇ ਦਿੱਲੀ ਦੇ ਕਿਨਾਰੇ ਤੱਕ ਪਹੁੰਚ ਗਏ। ਆਪਣਾ ਰਾਜ ਕਾਇਮ ਇਹਨਾਂ ਨੇ ਕਰ ਲਿਆ। ਦਿੱਲੀ ਦੇ ਤਖਤ ਤੇ ਉਦੋਂ ਸ਼ਾਹ ਆਲਮ ਦੂਸਰਾ ਰਾਜ ਗੱਦੀ ਤੇ ਬੈਠਾ ਸੀ। ਉਸਨੇ ਪਹਿਲਾਂ ਤੇ ਆਪ ਹੀ ਸਿੰਘਾਂ ਨੂੰ ਆਮੰਤਰਿਤ ਕੀਤਾ ਸੀ ਕਿ ਉਹਦੀ ਇਮਦਾਦ ਲਈ ਆਉਣ, ਕਿਉਂਕਿ ਉਸ ਨੂੰ ਸ਼ਾਹ ਆਲਮ ਨੂੰ ਮਰਹੱਟਿਆਂ ਦਾ ਡਰ ਸੀ ਕਿ ਉਹ ਦਿੱਲੀ ਦੇ ਤਖਤ ਤੇ ਕਾਬਜ਼ ਹੋ ਜਾਣਗੇ, ਕਿਉਂਕਿ ਸ਼ਾਹ ਆਲਮ ਸਮਝਦਾ ਸੀ ਕਿ ਮੇਰੇ ਨਾਲੋਂ ਉਹਨਾਂ ਦੀ ਤਾਕਤ ਵੱਧ ਹੈ। ਸਿੱਖਾਂ ਨੂੰ ਆਮੰਤਰਿਤ ਕੀਤਾ ਕਿ ਤੁਸੀਂ ਮੇਰੀ ਸਹਾਇਤਾ ਕਰੋ। ਜਦੋਂ ਮਰਾਠਿਆਂ ਨੂੰ ਪਤਾ ਲੱਗਾ ਕਿ ਸ਼ਾਹ ਆਲਮ ਦੀ ਇਮਦਾਦ ਲਈ ਸਿੱਖ ਤੇ ਖਾਸ ਕਰਕੇ ਸਰਦਾਰ ਬਘੇਲ ਸਿੰਘ ਆ ਰਹੇ ਨੇ, ਉਹ ਡਰਦੇ ਦਿੱਲੀ ਪਹੁੰਚੇ ਹੀ ਨਾ, ਰਸਤੇ ਵਿੱਚੋਂ ਹੀ ਮੁੜ ਗਏ। ਜਦੋਂ ਸ਼ਾਹ ਆਲਮ ਨੂੰ ਪਤਾ ਲੱਗਾ ਕਿ ਮਰਹੱਟੇ ਮੁੜ ਗਏ ਨੇ ਤੇ ਉਹਨੇ ਇੱਕ ਚਿੱਠੀ ਲਿਖੀ ਸਰਦਾਰ ਬਘੇਲ ਸਿੰਘ ਨੂੰ ਕਿ ਹੁਣ ਤੁਸੀਂ ਪਿੱਛੇ ਮੁੜ ਜਾਓ, ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਨਹੀਂ ਰਹੀ। ਸਰਦਾਰ ਬਘੇਲ ਸਿੰਘ ਨੇ ਇਹ ਗੱਲ ਆਖੀ ਸੀ ਕਿ ਅਸੀਂ ਦੂਰੋਂ ਚੱਲ ਕੇ ਆਏ ਹਾਂ ਤੇ ਮੇਰੇ ਨਾਲ ਘੱਟ ਤੋਂ ਘੱਟ 30,000 ਫੌਜੀ ਲੋਕ ਨੇ, ਘੋੜਿਆਂ ਤੇ ਸਵਾਰ ਤੇ ਪੈਦਲ। ਉਹਨਾਂ ਦਾ ਇੰਨਾ ਵੱਡਾ ਖਰਚਾ ਤੂੰ ਕਰਵਾਇਆ ਤੇ ਹੁਣ ਕਹਿੰਦਾ ਪਿੱਛੇ ਮੁੜ ਜਾਓ, ਹੁਣ ਅਸੀਂ ਮੁੜਨ ਵਾਲੇ ਨਹੀਂ ਹਾਂ। ਉਹਨਾਂ ਨੇ ਦਿੱਲੀ ਪਹੁੰਚ ਕੇ ਵੇਖਿਆ ਕਿ ਚਾਰ ਚੁਫੇਰੇ ਪੁਰਾਣੇ ਸਮੇਂ ਸ਼ਹਿਰਾਂ ਦੇ ਦੁਆਲੇ ਇੱਕ ਦੀਵਾਰ ਹੋਇਆ ਕਰਦੀ ਸੀ। ਉਸ ਦੀਵਾਰ ਦੇ ਚਾਰ ਚੁਫੇਰੇ 4 ਦਰਵਾਜ਼ੇ ਸਨ। ਉਸ ਵਕਤ ਦੀ ਦਿੱਲੀ ਨੂੰ ਪੱਥਰਾਂ ਦੀ ਬਣੀ ਹੋਈ ਵੱਡੀ ਦੀਵਾਰ ਸੀ। ਉਹਨਾਂ ਨੇ ਚਾਰੇ ਦਰਵਾਜ਼ੇ ਬੰਦ ਕਰ ਲਏ ਤੇ ਦਰਵਾਜ਼ਿਆਂ ਉੱਤੇ ਸਖਤ ਪਹਿਰੇ ਲਗਾ ਦਿੱਤੇ। ਸਰਦਾਰ ਬਘੇਲ ਸਿੰਘ ਤੇ ਉਹਨਾਂ ਦੀ ਫੌਜ ਨੇ ਉਸ ਕੰਧ ਨੂੰ ਪਾੜ ਪਾਇਆ ਜਿਹੜੀ ਪੱਥਰ ਦੀ ਬਣੀ ਹੋਈ ਸੀ। ਉਹ ਜਿਹੜਾ ਉਹਨਾਂ ਨੇ ਉੱਥੇ ਪਾੜ ਪਾਇਆ ਕੰਧ ਵਿੱਚ, ਉਸ ਨੂੰ ਮੋਰੀ ਆਖਦੇ ਸਨ। ਉਹਨਾਂ ਇੱਕ ਮੋਰੀ ਕੱਢੀ ਤੇ ਸ਼ਹਿਰ ਦੇ ਅੰਦਰ ਦਾਖਲ ਹੋਏ। ਉਸੇ ਹੀ ਮੋਰੀ ਦਾ ਨਾਮ ਅੱਜ ਕੱਲ੍ਹ ਮੋਰੀ ਗੇਟ ਹੈ ਦਿੱਲੀ ਦੇ ਵਿੱਚ। ਸਰਦਾਰ ਬਘੇਲ ਸਿੰਘ ਜਦੋਂ ਅੰਦਰ ਲੰਘ ਗਏ ਤੇ ਉਹਨਾਂ ਨੇ ਉਸ ਮੋਰੀ ਨੂੰ ਬੰਦ ਕਰਨਾ ਚਾਹਿਆ। ਸਰਦਾਰ ਬਘੇਲ ਸਿੰਘ ਨੇ ਇਹ ਗੱਲ ਆਖੀ ਸੀ ਕਿ ਮੋਰੀ ਬੰਦ ਨਹੀਂ ਹੋ ਸਕਦੀ, ਇਹ ਸਗੋਂ ਵੱਡਾ ਦਰਵਾਜ਼ਾ ਬਣੇਗਾ, ਤੇ ਉਹਨਾਂ ਨੇ ਉੱਥੇ ਇੱਕ ਦਰਵਾਜ਼ਾ ਬਣਾਇਆ ਸੀ। ਉਸੇ ਦਰਵਾਜ਼ੇ ਨੂੰ ਅੱਜ ਮੋਰੀ ਗੇਟ ਆਖਿਆ ਜਾਂਦਾ ਹੈ। ਫਿਰ ਉਹਨਾਂ ਨੇ ਅੰਦਰ
ਜਿੱਥੇ ਸਬਜ਼ੀ ਮੰਡੀ ਅੱਜ ਕੱਲ੍ਹ ਉੱਥੇ ਇੱਕ ਕੈਂਪ ਲਗਾਇਆ ਸੀ, ਉਹਦੀ 30,000 ਫੌਜ ਉੱਥੇ ਬੈਠੀ ਸੀ। ਉਸ ਇਲਾਕੇ ਨੂੰ ਅੱਜ ਵੀ 30 ਹਜ਼ਾਰੀ ਨਾਂ ਨਾਲ ਜਾਣਿਆ ਜਾਂਦਾ ਹੈ। ਸੋ ਇਸ ਤਰ੍ਹਾਂ ਸੂਬੇ ਸਰਦਾਰ ਬਘੇਲ ਸਿੰਘ ਜਦੋਂ ਅੰਦਰ ਗਏ, ਸ਼ਾਹ ਆਲਮ ਨੂੰ ਪਤਾ ਲੱਗਾ ਕਿ ਸਰਦਾਰ ਫੌਜਾਂ ਸਮੇਤ ਅੰਦਰ ਆ ਗਿਆ ਹੈ। ਉਹ ਲਾਲ ਕਿਲੇ ਨੂੰ ਛੱਡ ਕੇ ਪਿਛਲੇ ਕਿਸੇ ਦਰਵਾਜ਼ੇ ਥਾਣੀ ਕਿਸੇ ਜਗ੍ਹਾ ਤੇ ਜਾ ਕੇ ਲੁਕ ਗਿਆ। ਸਰਦਾਰ ਬਘੇਲ ਸਿੰਘ ਹੁਰਾਂ ਨੇ ਇਸ ਲਾਲ ਕਿਲੇ ਦੇ ਉੱਤੇ ਕਬਜ਼ਾ ਕੀਤਾ, ਉਹਦੇ ਉੱਤੇ ਆਪਣਾ ਨਿਸ਼ਾਨ ਚੁਲਾਇਆ। ਉੱਥੇ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ। ਉਹਨਾਂ ਦੇ ਨਾਲ ਉਸ ਵਕਤ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਹ 1783 ਈਸਵੀ ਦੀ ਗੱਲ ਏ, ਜਦੋਂ ਉਹਨਾਂ ਨੇ ਇਸ ਕਿਲੇ ਦੇ ਉੱਤੇ ਕਬਜ਼ਾ ਕਰਕੇ ਤੇ ਦਿੱਲੀ ਨੂੰ ਆਪਣੇ ਅਧੀਨ ਕਰ ਲਿਆ। ਸਰਦਾਰ ਬਘੇਲ ਸਿੰਘ ਦੇ ਨਾਲ ਰਾਜ਼ੀਨਾਮਾ ਕਰਨਾ ਚਾਹਿਆ ਸ਼ਾਹ ਆਲਮ ਨੇ। ਰਾਜ਼ੀਨਾਮੇ ਵਿੱਚ ਕੋਈ ਸ਼ਰਤਾਂ ਰੱਖੀਆਂ ਗਈਆਂ ਸਨ ਸਰਦਾਰ ਬਘੇਲ ਸਿੰਘ ਵੱਲੋਂ, ਉਸ ਨੂੰ ਉਹਨਾਂ ਨੇ ਮੰਨਿਆ। ਉਹਦੇ ਵਿੱਚ ਕੋਈ ਸ਼ਰਤਾਂ ਸਨ ਕਿ ਇੱਕ ਤੇ ਉਹ ਜਿੰਨਾ ਵੀ ਦਿੱਲੀ ਦੇ ਚਫੇਰਿਓਂ ਉਹਨਾਂ ਨੂੰ ਟੈਕਸ ਮਿਲਦਾ ਹੈ, ਉਹਦਾ 6 ਆਨੇ ਉਸ ਵਕਤ ਦਾ 37.5% ਬਣਦਾ ਹੈ ਕਿ ਉਹ ਸਰਦਾਰ ਬਘੇਲ ਸਿੰਘ ਨੂੰ ਦੇਣਗੇ। ਦੂਸਰਾ, ਜਿੰਨੇ ਗੁਰੂ ਘਰ ਨੇ, ਗੁਰਦੁਆਰੇ ਨੇ ਦਿੱਲੀ ਦੇ ਅੰਦਰ, ਜਿਹੜੇ ਗੁਰਸਥਾਨ ਨੇ, ਅਸਲ ਵਿੱਚ ਉਦੋਂ ਗੁਰਦੁਆਰੇ ਨਹੀਂ ਸਨ, ਸਿਰਫ ਗੁਰਸਥਾਨ ਹੀ ਸਨ। ਜਿਵੇਂ ਸੀਸਗੰਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਯਾਦਗਾਰ ਵਿੱਚ ਸਥਾਨ ਹੀ ਸੀ, ਕੋਈ ਗੁਰਦੁਆਰਾ ਜਾਂ ਉੱਥੇ ਕੋਈ ਨਿਸ਼ਾਨੀ ਨਹੀਂ ਸੀ। ਬੰਗਲਾ ਸਾਹਿਬ ਵਾਲੀ ਥਾਂ ਤੇ ਰਾਜਾ ਜੈ ਸਿੰਘ ਦਾ ਘਰ ਹੁੰਦਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ, ਉੱਥੇ ਵੀ ਕੋਈ ਜਗ੍ਹਾ ਨਹੀਂ ਸੀ। ਸੋ ਇਹ ਸ਼ਰਤ ਵਿੱਚ ਗੱਲ ਰੱਖੀ ਗਈ ਸੀ ਕਿ ਜਿੰਨੇ ਗੁਰਦੁਆਰੇ ਗੁਰੂ ਅਸਥਾਨ ਹਨ ਦਿੱਲੀ ਦੇ ਅੰਦਰ, ਉਹਨਾਂ ਨੂੰ ਬਣਾਉਣ ਵਾਸਤੇ ਆਲਮਗੀਰ ਜਿਹੜਾ ਸ਼ਾਹ ਆਲਮ ਹੈ, ਉਹ ਨਿਸ਼ਾਨਦੇਹੀ ਕਰਵਾਏਗਾ ਤੇ ਅਸੀਂ ਉੱਥੇ ਗੁਰਸਥਾਨ ਕਾਇਮ ਕਰਾਂਗੇ। ਉਹ ਇਸ ਗੱਲ ਦੀ ਇਜਾਜ਼ਤ ਦੇਵੇਗਾ ਤੇ ਇਸ ਤਰ੍ਹਾਂ ਕੀਤਾ ਗਿਆ। ਹੋਰ ਵੀ ਇੱਕ ਦੋ ਸ਼ਰਤਾਂ ਸਨ, ਉਹ ਮੰਨੀਆਂ ਗਈਆਂ ਤੇ ਬਘੇਲ ਸਿੰਘ ਹੁਰਾਂ ਆਖਿਆ ਕਿ ਜਦੋਂ ਗੁਰਦੁਆਰੇ ਬਣ ਜਾਣਗੇ ਅਸੀਂ ਦਿੱਲੀ ਛੱਡ ਕੇ ਚਲੇ ਜਾਵਾਂਗੇ। ਸਾਨੂੰ ਦਿੱਲੀ ਉੱਤੇ ਕੋਈ ਰਾਜ ਕਰਨ ਦਾ ਚਾਅ ਨਹੀਂ, ਕੋਈ ਸ਼ੌਕ ਨਹੀਂ। ਤੂੰ ਤੇ ਸਾਨੂੰ ਆਪ ਸੱਦਿਆ ਸੀ ਤੇ ਤੇਰੇ ਸੱਦੇ ਤੇ ਹੀ ਅਸੀਂ ਆਏ ਸਾਂ। ਸੋ ਇਹ ਸਰਦਾਰ ਜੱਸਾ ਆਪਣਾ ਬਘੇਲ ਸਿੰਘ 1802 ਈਸਵੀ ਵਿੱਚ ਇਹਨਾਂ ਦਾ ਅਕਾਲ ਚਲਾਣਾ ਹੋਇਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਹੈ ਹਰਿਆਣਾ, ਉੱਥੇ ਇਹਨਾਂ ਦਾ ਅਕਾਲ ਚਲਾਣਾ ਹੋਇਆ ਸੀ। ਜਿਹੜੇ ਗੁਰਦੁਆਰਿਆਂ ਦੀ ਇਹਨਾਂ ਨੇ ਸੇਵਾ ਕਰਵਾਈ, ਉਹਦੇ ਵਿੱਚ ਪਹਿਲੇ ਨੰਬਰ ਤੇ ਗੁਰਦੁਆਰਾ ਹੈ ਮਾਤਾ ਸੁੰਦਰੀ ਜੀ। ਉਸ ਜਗ੍ਹਾ ਦੀ ਨਿਸ਼ਾਨਦੇਹੀ ਲੈ ਕੇ ਉੱਥੇ ਛੋਟੀ ਜਿਹੀ ਇਮਾਰਤ ਬਣਵਾਈ ਗਈ। ਗੁਰਦੁਆਰਾ ਬੰਗਲਾ ਸਾਹਿਬ, ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਾ ਕੇ ਠਹਿਰੇ ਸਨ। ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਰੀਰਕ ਅੰਤਮ ਸੰਸਕਾਰ ਕੀਤਾ ਗਿਆ ਸੀ। ਗੁਰਦੁਆਰਾ ਰਕਾਬਗੰਜ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਇਹ ਲੱਖੀ ਸ਼ਾਹ ਵਣਜਾਰੇ ਦਾ ਇੱਥੇ ਘਰ ਹੁੰਦਾ ਸੀ ਉਸ ਵਕਤ। ਉਹਨੇ ਆਪਣੇ ਘਰ ਦੇ ਵਿੱਚ ਗੁਰੂ ਜੀ ਦਾ ਸਰੀਰ ਰੱਖ ਕੇ ਉਹਦੇ ਉੱਤੇ ਜੋ ਲੱਕੜ ਬਾਲਣ ਉਸ ਨੂੰ ਮਿਲਿਆ ਉਹ ਪਾ ਕੇ ਤੇ ਘਰ ਨੂੰ ਅੱਗ ਲਾਈ ਸੀ। ਪੂਰਾ ਘਰ ਸੜ ਗਿਆ ਸੀ। ਉਹਨਾਂ ਦਾ ਸੰਸਕਾਰ ਉਸ ਜਗ੍ਹਾ ਤੇ ਕੀਤਾ ਗਿਆ, ਰਕਾਬਗੰਜ। ਗੁਰਦੁਆਰਾ ਸੀਸਗੰਜ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ
ਸਿਰ ਧੜ ਨਾਲੋਂ ਜੁਦਾ ਕੀਤਾ ਗਿਆ ਸੀ, ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ। ਤੇ ਸ਼ਹਾਦਤ ਦਾ ਕਾਰਨ ਆਪਾਂ ਸਭਨਾਂ ਨੂੰ ਪਤਾ ਹੀ ਏ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਤਿਲਕ ਤੇ ਜੰਨੂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹ ਸ਼ਹਾਦਤ ਦਿੱਤੀ ਸੀ। ਗੁਰਦੁਆਰਾ ਮੋਤੀ ਬਾਗ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਨੂੰ ਜਾਂਦੇ ਹੋਏ ਠਹਿਰੇ ਸਨ। ਗੁਰਦੁਆਰਾ ਮਜਨੂ ਕਾ ਟੀਲਾ, ਇਹ ਯਮੁਨਾ ਦੇ ਕਿਨਾਰੇ ਤੇ ਹੈ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਮਜਨੂ ਨਾਂ ਦੇ ਫਕੀਰ ਨੂੰ ਮਿਲੇ ਸਨ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਸਨ। ਇਹ 7 ਗੁਰਦੁਆਰੇ ਉਸ ਵਕਤ ਦੇ ਜਿਹੜੇ ਸਰਦਾਰ ਬਘੇਲ ਸਿੰਘ ਤੇ ਉਹਦੇ ਸਾਥੀਆਂ ਨੇ ਆਲਮ ਸ਼ਾਹ ਆਪਣੇ ਸ਼ਾਹ ਆਲਮ ਦੇ ਕੋਲੋਂ ਨਿਸ਼ਾਨਦੇਹੀ ਕਰਵਾ ਕੇ ਤੇ ਇਹ ਗੁਰਦੁਆਰੇ ਉਹਨਾਂ ਨੇ ਸਥਾਪਿਤ ਕੀਤੇ ਸਨ। ਤਕਰੀਬਨ 1 ਸਾਲ ਲੱਗਾ ਸੀ ਸਾਰੇ ਇਸ ਕਾਰਜ ਨੂੰ। ਉਹ ਇਹ ਕਾਰਜ ਕਰਕੇ ਦਿੱਲੀ ਦਾ ਤਖਤ ਛੱਡ ਕੇ ਆ ਗਏ ਸਨ। ਇਤਿਹਾਸ ਵਿੱਚ ਇਸ ਤਰ੍ਹਾਂ ਵੀ ਲਿਖਿਆ ਮਿਲਦਾ ਹੈ ਕਿ ਉਹ ਤਖਤ ਜਿਹਦੇ ਉੱਤੇ ਔਰੰਗਜ਼ੇਬ ਬੈਠਿਆ ਕਰਦਾ ਸੀ ਤੇ ਉਸ ਤੋਂ ਬਾਅਦ ਵਾਲੇ ਸਾਰੇ ਹੀ ਇਹ ਮੁਗਲ ਹੁਕਮਰਾਨ ਉਸ ਤਖਤ ਉੱਤੇ ਬੈਠ ਕੇ ਹੁਕਮ ਜਾਰੀ ਕਰਿਆ ਕਰਦੇ ਸਨ। ਉਸੇ ਹੀ ਤਖਤ ਤੇ ਬੈਠ ਕੇ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਸੀ ਕਿ ਤਮਾਮ ਹਿੰਦੂ ਜਿਹੜੇ ਇਸ ਹਿੰਦੁਸਤਾਨ ਵਿੱਚ ਰਹਿੰਦੇ ਨੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਭਾਵੇਂ ਉਹ ਪਿਆਰ ਨਾਲ ਬਣਨ, ਭਾਵੇਂ ਉਹ ਲਾਲਚ ਲੈ ਕੇ ਬਣਨ, ਜੇ ਨਾ ਬਣਨ ਤੇ ਉਹਨਾਂ ਨੂੰ ਕਤਲ ਕੀਤਾ ਜਾਏ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਇਹ ਕਸ਼ਮੀਰ ਤੋਂ ਇੱਕ ਪੰਡਤਾਂ ਦਾ ਜਥਾ ਆਇਆ ਸੀ, ਜਿਨ੍ਹਾਂ ਨੇ ਆ ਕੇ ਇਹ ਸਾਰੀ ਵਿਥਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸੁਣਾਈ ਸੀ ਤੇ ਸਹਾਇਤਾ ਦੀ ਪੁਕਾਰ ਕੀਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਸਹਾਇਤਾ ਵਾਸਤੇ ਦਿੱਲੀ ਗਏ ਸਨ ਤੇ ਸ਼ਹੀਦ ਹੋਏ ਸਨ। ਉਹ ਜਿਹੜਾ ਤਖਤ ਸੀ, ਉਹ ਤਖਤ ਸਿੰਘਾਂ ਨੇ ਘੋੜਿਆਂ ਦੇ ਪਿੱਛੇ ਬੰਨ੍ਹ ਕੇ ਉਸ ਨੂੰ ਦਿੱਲੀ ਤੋਂ ਅੰਮ੍ਰਿਤਸਰ ਲੈ ਜਾਇਆ ਗਿਆ ਸੀ ਖਿੱਚ ਕੇ। ਮੈਂ ਤੇ ਨਹੀਂ ਵੇਖਿਆ, ਪਰ ਇਤਿਹਾਸ ਵਿੱਚ ਲਿਖਿਆ ਕਿ ਜਿਹੜੀ ਕਰੋੜ ਸਿੰਘੀਆਂ ਦੀ ਮਿਸਲ ਦਾ ਸਥਾਨ ਸੀ ਅੰਮ੍ਰਿਤਸਰ, ਉਹ ਉਸ ਮੁਗਲੀਆ ਹੁਕਮਰਾਨਾਂ ਦਾ ਜਿਹੜਾ ਤਖਤ ਸੀ ਉਹ ਅੱਜ ਵੀ ਉੱਥੇ ਮੌਜੂਦ ਹੈ। ਸੋ ਇਹ ਸੀ ਵਿਥਿਆ ਸੰਖੇਪ ਵਿੱਚ ਸਰਦਾਰ ਬਘੇਲ ਸਿੰਘ ਹੋਰਾਂ ਦੀ, ਜਿਨ੍ਹਾਂ ਨੇ ਦਿੱਲੀ ਨੂੰ ਕਬਜ਼ੇ ਵਿੱਚ ਲਿਆ, ਉੱਥੇ ਸਿੱਖ ਰਾਜ ਕਾਇਮ ਕੀਤਾ। ਲਗਭਗ 1 ਸਾਲ ਰਾਜ ਕੀਤਾ ਜਦੋਂ ਉਹਨਾਂ ਨੇ, ਤੇ ਦਿੱਲੀ ਦੀ ਜਿਹੜੀ ਆਮ ਜਨਤਾ ਸੀ ਉਹਨਾਂ ਨੂੰ ਸੁੱਖ ਦਾ ਸਾਹ ਮਿਲਿਆ ਸੀ। ਸਗੋਂ ਜਦੋਂ ਸਰਦਾਰ ਬਘੇਲ ਸਿੰਘ ਦਿੱਲੀ ਛੱਡ ਕੇ ਆਉਣ ਲੱਗੇ ਸਨ ਤੇ ਆਮ ਪਬਲਿਕ ਨੇ ਆਖਿਆ ਸੀ ਕਿ ਤੁਸੀਂ ਨਾ ਜਾਓ, ਕਿਉਂਕਿ ਮੁਗਲ ਹੁਕਮਰਾਨ ਜਿਹੜੇ ਨੇ ਇਹ ਆਮ ਪਬਲਿਕ ਨੂੰ ਤੰਗ ਕਰਦੇ ਸਨ। ਜ਼ਬਰਦਸਤੀ ਟੈਕਸ ਲਗਾਉਣੇ, ਉਹਨਾਂ ਨੂੰ ਜ਼ਬਰਦਸਤੀ ਵਸੂਲਣਾ, ਫਿਰ ਲੋਕਾਂ ਦੀ ਇੱਜ਼ਤ ਵੀ ਬਰਕਰਾਰ ਨਹੀਂ ਸੀ ਰਹਿੰਦੀ ਉਹਨਾਂ ਦੇ ਰਾਜ ਵਿੱਚ। ਅਨੇਕ ਭਾਂਤ ਤੇ ਤਸੀਹੇ ਤੇ ਉਹਨਾਂ ਨੂੰ ਦੁੱਖ ਦਿੱਤਾ ਜਾਂਦਾ ਸੀ। ਪਰ ਸਰਦਾਰ ਜੱਸਾ ਸਿੰਘ ਨੇ, ਆਪਣੇ ਬਘੇਲ ਸਿੰਘ ਨੇ ਸ਼ਾਹ ਆਲਮ ਦੇ ਨਾਲ ਜਿਹੜਾ ਇੱਕ ਆਹਿਦ ਲਿਖਿਆ ਸੀ, ਉਸ ਨੂੰ ਪੂਰਿਆਂ ਕਰਨ ਲਈ ਉਹਨਾਂ ਨੇ ਦਿੱਲੀ ਨੂੰ ਛੱਡਿਆ ਤੇ ਵਾਪਸ ਪੰਜਾਬ ਵਿੱਚ ਆ ਗਏ ਸਨ। ਸੋ ਆਓ ਹੁਣ ਅਸੀਂ ਥੋੜ੍ਹਾ ਜਿਹਾ ਹੋਲੇ ਮਹੱਲੇ ਬਾਰੇ ਸਮਝ ਲੈਂਦੇ ਹਾਂ। ਭਾਵੇਂ ਸਾਰੀਆਂ ਇਤਿਹਾਸਕ ਘਟਨਾਵਾਂ ਨੇ, ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜ਼ਿਆਦਾਤਰ ਆਪਾਂ ਗੁਰਬਾਣੀ ਤੇ ਆਪਣੇ ਵਿਚਾਰ ਨੂੰ ਕੇਂਦਰਿਤ ਰੱਖੀਏ, ਕਿਉਂਕਿ ਗੁਰਬਾਣੀ ਇੱਕ ਅਟੱਲ ਸੱਚਾਈ ਹੈ। ਇਹ ਜਿਹੜੇ ਇਤਿਹਾਸ ਹੁੰਦੇ ਨੇ, ਇਹਨਾਂ ਦੇ ਵਿੱਚ ਜਿਹੜੇ ਇਤਿਹਾਸ ਪੱਖੀ ਲਿਖਾਰੀ ਹੁੰਦੇ ਨੇ, ਉਹ ਆਪਣੀ ਮਰਜ਼ੀ ਨਾਲ ਗੱਲਾਂ ਵਧਾ ਚੜ੍ਹਾ ਕੇ ਵੀ ਲਿਖ ਸਕਦੇ ਨੇ, ਤੇ ਜਿਹੜੇ ਉਸ ਇਤਿਹਾਸ ਦੇ ਵਿਰੋਧ ਵਿੱਚ ਲਿਖਾਰੀ ਹੁੰਦੇ ਨੇ,
ਉਹ ਗੱਲਾਂ ਛੋਟੀਆਂ ਕਰਕੇ ਵੀ ਲਿਖ ਸਕਦੇ ਨੇ। ਸੋ ਇਸ ਲਈ ਮੇਰਾ ਪੂਰਾ ਬਹੁਤਾ ਵਿਸ਼ਵਾਸ ਇਤਿਹਾਸਕ ਘਟਨਾਵਾਂ ਤੇ ਨਹੀਂ, ਲੇਕਿਨ ਇਹ ਵੀ ਨਹੀਂ ਕਿ ਅਸੀਂ ਇਤਿਹਾਸ ਨੂੰ ਛੱਡ ਦਈਏ ਜਾਂ ਉਸ ਨੂੰ ਅੱਖੋਂ ਪਰੋਖੇ ਕਰੀਏ। ਇਤਿਹਾਸ ਵੀ ਅਸੀਂ ਚੇਤੇ ਰੱਖਣਾ ਹੈ, ਲੇਕਿਨ ਵਧੇਰੇ ਧਿਆਨ ਗੁਰਬਾਣੀ ਦੇ ਫਲਸਫੇ ਵੱਲ ਲਿਜਾਣਾ, ਇਹ ਸਾਡਾ ਮੁੱਖ ਪ੍ਰਯੋਜਨ ਹੋਣਾ ਚਾਹੀਦਾ ਸਾਧ ਸੰਗਤ ਵਿੱਚ ਆ ਕੇ। ਗੁਰਬਾਣੀ ਇੱਕੋ ਇੱਕ ਐਸੀ ਅਟੱਲ ਸਚਾਈ ਏ ਜਿਹੜੀ ਗੁਰੂ ਸਾਹਿਬ ਜੀ ਦੇ ਆਪਣੇ ਹੱਥ ਨਾਲ ਲਿਖੀ ਹੋਈ ਏ। ਇਸ ਨੂੰ ਕਿਸੇ ਵਿਦਵਾਨ ਨੇ ਨਹੀਂ ਲਿਖਿਆ, ਕਿਸੇ ਸਮਕਾਲੀ ਇਤਿਹਾਸਕਾਰ ਨੇ ਨਹੀਂ ਲਿਖਿਆ। ਇਹ ਗੁਰੂ ਸਾਹਿਬਾਨ, ਭਗਤ ਸਾਹਿਬਾਨ ਜਿਨ੍ਹਾਂ ਦੀ ਇਹ ਬਾਣੀ ਏ, ਉਹਨਾਂ ਦੇ ਆਪਣੇ ਹੱਥਾਂ ਦੀ ਲਿਖਤ ਏ। ਇਸ ਲਈ ਗੁਰਬਾਣੀ ਜਿਹੜੀ ਏ ਇਹ 100% ਦੀ ਸੱਚਾਈ ਉੱਤੇ ਪੂਰੀ ਉਤਰਦੀ ਏ। ਇਹਦੇ ਤੇ ਹੀ ਸਾਨੂੰ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ। ਲੇਕਿਨ ਜਿਵੇਂ ਮੈਂ ਬੇਨਤੀ ਕੀਤੀ ਕਿ ਇਤਿਹਾਸ ਵੀ ਛੱਡਿਆ ਨਹੀਂ ਜਾ ਸਕਦਾ, ਸਿਆਣੇ ਕਹਿੰਦੇ ਨੇ ਜਿਹੜਾ ਇਤਿਹਾਸ ਹੁੰਦਾ ਹੈ ਇਹ ਕੌਮਾਂ ਦਾ ਸਰੀਰ ਹੁੰਦਾ ਹੈ, ਤੇ ਜਿਹੜੀ ਗੁਰਬਾਣੀ ਹੈ ਇਹ ਮਾਨੋ ਸਿੱਖ ਕੌਮ ਦੀ ਆਤਮਾ ਹੈ। ਸਰੀਰ ਰਵੇ ਨਾ ਰਵੇ, ਆਤਮਾ ਰਹਿੰਦੀ ਏ। ਸਰੀਰ ਬਿਨ ਸਕਦਾ ਹੈ, ਸਰੀਰ ਮੁੜ ਪੈਦਾ ਹੋ ਸਕਦਾ ਹੈ, ਪਰ ਆਤਮਾ ਨਾ ਤੇ ਪੈਦਾ ਹੁੰਦੀ ਏ, ਨਾ ਇਹ ਮਰਦੀ ਏ, ਨਾ ਇਹਦਾ ਵਿਨਾਸ਼ ਹੁੰਦਾ ਹੈ, ਨਾ ਇਹ ਕਿਤੇ ਜਾਂਦੀ ਏ। ਆਤਮਾ ਸਮੁੱਚੇ ਬ੍ਰਹਿਮੰਡ ਵਿੱਚ ਇੱਕ ਹੀ ਏ, ਬਹੁਤੀਆਂ ਆਤਮਾਵਾਂ ਨਹੀਂ ਹਨ। ਸੋ ਸਾਡਾ ਮੁੱਖ ਪ੍ਰਯੋਜਨ ਆਤਮਾ ਉੱਤੇ ਧਿਆਨ ਦੇਣਾ, ਯਾਨੀ ਆਤਮ ਉੱਤੇ, ਆਪਣੇ ਆਪੇ ਉੱਤੇ, ਜਿਸ ਨੂੰ ਆਪਾਂ ਅਧਿਆਤਮਿਕਤਾ ਆਖਦੇ ਹਾਂ, ਉਹਦੇ ਉੱਤੇ ਵਧੇਰੇ ਧਿਆਨ ਦੇਣਾ ਸਾਡਾ ਮੁੱਖ ਫਰਜ਼ ਹੈ। ਚਲੋ ਥੋੜ੍ਹੀ ਜਿਹੀ ਗੱਲ ਆਪਾਂ ਹੋਲੇ ਮਹੱਲੇ ਦੀ ਕਰਦੇ ਹਾਂ, ਤੇ ਫਿਰ ਜਿਹੜੀ ਆਪਾਂ ਵਾਰ ਸ਼ੁਰੂ ਕੀਤੀ ਸੀ ਰਾਏ ਬਲਵੰਡ ਜੀ ਦੀ, ਉਹਦੇ ਤੇ ਥੋੜ੍ਹੀ ਗੱਲ ਕਰਾਂਗੇ। ਹੋਲਾ ਤੇ ਮਹੱਲਾ, ਜਿਹੜਾ ਮਹੱਲਾ, ਇਹ ਹੋਲਾ ਸ਼ਬਦ ਤੇ ਹੋਲੀ ਤੋਂ ਬਣਿਆ ਹੋਇਆ ਹੈ। ਹੋਲੀ ਇੱਕ ਹਿੰਦੁਸਤਾਨ ਵਿੱਚ ਬੜਾ ਰੰਗਲਾ ਜਿਹਾ ਤਿਉਹਾਰ ਹੈ ਜਿਹੜਾ ਸਾਰੇ ਭਾਰਤ ਵਿੱਚ ਤਕਰੀਬਨ ਮਨਾਇਆ ਜਾਂਦਾ ਹੈ। ਇਸ ਦਿਨ ਤੇ ਲੋਕ ਇੱਕ ਦੂਜੇ ਉੱਤੇ ਰੰਗ ਸੁੱਟਦੇ ਨੇ। ਸਗੋਂ ਇਸੇ ਤਿਉਹਾਰ ਦੇ ਵਿੱਚ ਇੱਥੋਂ ਤੱਕ ਗਿਰਾਵਟ ਵੀ ਆ ਗਈ ਕਿ ਲੋਕ ਕੋਝੇ ਮਜ਼ਾਕ ਇੱਕ ਦੂਜੇ ਨੂੰ ਕਰਨ ਲੱਗ ਪਏ। ਗਲੀਆਂ ਨਾਲੀਆਂ ਦਾ ਗੰਦਾ ਪਾਣੀ ਤੇ ਚਿੱਕੜ ਵੀ ਇੱਕ ਦੂਜਿਆਂ ਉੱਤੇ ਸੁੱਟਿਆ ਜਾਣ ਲੱਗ ਪਿਆ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਵੇਖਦੇ ਹਾਂ ਤੇ ਉਹੋ ਜਿਹੇ ਤਿਉਹਾਰ ਵੱਲੋਂ ਸੱਚੀ ਮੁੱਖ ਪਰੇ ਨੂੰ ਕਰਨ ਨੂੰ ਮਨ ਕਰਦਾ ਹੈ ਕਿ ਜੇ ਅਸੀਂ ਇਕੱਠੇ ਹੋਏ ਹਾਂ ਤੇ ਸਾਨੂੰ ਚਾਹੀਦਾ ਕਿ ਅਸੀਂ ਬੈਠ ਕੇ ਕੋਈ ਸਕਾਰਾਤਮਕ ਵਿਚਾਰਾਂ ਕਰੀਏ, ਉਹਨਾਂ ਤੇ ਕੋਈ ਆਪਸ ਵਿੱਚ ਸਾਂਝ ਪਾਈਏ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਫਿਊਚਰ ਵਿੱਚ ਕੀ ਕਰਨਾ ਚਾਹੀਦਾ ਹੈ। ਤੇ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ ਮਨੁੱਖੀ ਭਲਾਈ ਲਈ, ਨਾ ਕਿ ਕਿਸੇ ਸਵਾਰਥ ਲਈ। ਸਮੁੱਚੀ ਮਾਨਵਤਾ ਦੀ ਭਲਾਈ ਲਈ ਸਾਨੂੰ ਇਹਨਾਂ ਦਿਨ ਤਿਉਹਾਰਾਂ ਉੱਤੇ ਇਕੱਠੇ ਹੋ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਨੇ ਤੇ ਸਾਰਥਿਕ ਕਦਮ ਚੁੱਕਣੇ ਚਾਹੀਦੇ ਨੇ। ਇਹ ਪ੍ਰਯੋਜਨ ਸੀ ਜੀ, ਜਦੋਂ ਇਹ ਤਿਉਹਾਰ ਸ਼ੁਰੂ ਹੁੰਦੇ ਨੇ ਉਦੋਂ ਇਹਨਾਂ ਦਾ ਸੱਚੀ ਮੁੱਚੀ ਕੋਈ ਬੜਾ ਹੀ ਵਧੀਆ ਪ੍ਰਯੋਜਨ ਹੁੰਦਾ ਹੈ। ਲੇਕਿਨ ਇਹ ਤਿਉਹਾਰ ਹੌਲੀ ਹੌਲੀ ਵਿਗੜਦੇ ਵਿਗੜ ਜਾਂਦੇ ਨੇ, ਉਹਨਾਂ ਦੀ ਰੂਪ ਰੇਖਾ ਹੀ ਬਦਲ ਜਾਂਦੀ ਏ। ਇਸੇ ਤਰ੍ਹਾਂ ਹੋਲੀ ਨਾਲ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਹੋਲੀ ਨੂੰ ਹੋਲਾ ਦਾ ਨਾਂ ਦਿੱਤਾ। ਤੇ ਜਿਹੜਾ ਮਹੱਲਾ ਏ ਇਹ ਅਰਬੀ ਦਾ ਸ਼ਬਦ ਏ। ਇਸ ਦਾ ਮਤਲਬ ਹੁੰਦਾ ਹੈ ਉਹ ਜਗ੍ਹਾ ਜਿੱਥੇ ਹਮਲਾ ਕੀਤਾ ਜਾਣਾ ਹੋਵੇ। ਹੋਲਾ ਦਾ ਮਤਲਬ ਲਿਆ ਜਾਂਦਾ ਹੈ ਹਮਲਾ, ਤੇ ਮਹੱਲਾ ਦਾ ਮਤਲਬ ਲਿਆ ਜਾਂਦਾ ਹੈ ਉਹ ਜਗ੍ਹਾ ਜਿੱਥੇ ਹਮਲਾ ਕੀਤਾ ਜਾਣਾ ਹੈ। ਇਹ ਕਿਸ ਤਰ੍ਹਾਂ ਹੋਇਆ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਆਨੰਦਪੁਰ ਸਾਹਿਬ ਦੇ ਅੰਦਰ 5 ਕਿਲੇ ਬਣਵਾਏ ਸਨ। ਉਹਨਾਂ 5 ਕਿਲਿਆਂ ਵਿੱਚੋਂ ਇੱਕ ਕਿਲਾ ਸੀ ਹੋਲਗੜ੍ਹ, ਜਿਸ ਦਾ ਨਾਮ ਰੱਖਿਆ ਗਿਆ ਸੀ। ਇਹ 5 ਕਿਲੇ ਆਨੰਦਪੁਰ ਸਾਹਿਬ ਦੀ ਸੁਰੱਖਿਆ ਵਾਸਤੇ ਬਣਾਏ ਗਏ ਸਨ। ਭਾਵੇਂ ਇਹ ਜਗ੍ਹਾ ਜਿਹੜੀ ਆਨੰਦਪੁਰ ਅੱਜ ਸ਼ਹਿਰ ਜਿੰਨਾ ਪੂਰੇ ਦਾ ਪੂਰਾ, ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ
ਪਹਾੜੀ ਰਾਜਿਆਂ ਕੋਲੋਂ ਜ਼ਮੀਨ ਮੁੱਲ ਲੈ ਕੇ ਖਰੀਦ ਕੇ ਬਣਾਇਆ ਸੀ। ਇਹ ਜਦੋਂ ਆਨੰਦਪੁਰ ਸਾਹਿਬ ਦੀ ਜਗ੍ਹਾ ਖਰੀਦੀ ਗਈ, ਇਹ ਨਗਰ ਵਸਾਇਆ ਗਿਆ ਤੇ ਇਸ ਨਗਰ ਦੇ ਵਿੱਚ ਸਿੱਖ ਸਮਾਜ ਦੀ ਆਖੀਏ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਇਹ ਜਿਹੜੇ 52 ਧਾਰ ਦੇ ਪਹਾੜੀ ਰਾਜੇ ਸਨ, ਇਹ ਬੜੀ ਖੁੰਨ ਸਿਖਾਉਂਦੇ ਸਨ, ਬੜੇ ਦੁਖੀ ਤੇ ਪਰੇਸ਼ਾਨ ਹੁੰਦੇ ਸਨ। ਉਹ ਸਮਝਦੇ ਸਨ ਕਿ ਸਾਡੇ ਇਸ ਰਾਜ ਭਾਗ ਦੇ ਨੇੜੇ ਕਿਸੇ ਨੇ ਜਗ੍ਹਾ ਖਰੀਦ ਕੇ ਤੇ ਇੰਨੀ ਚੜ੍ਹਦੀ ਕਲਾ ਵਿੱਚ ਉਹ ਚਲੇ ਗਏ ਨੇ, ਹੋ ਸਕਦਾ ਕੱਲ ਨੂੰ ਸਾਡੇ ਉੱਤੇ ਕਿਤੇ ਹਮਲਾ ਨਾ ਕਰ ਦੇਣ। ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਮਨ ਵਿੱਚ ਸਨ, ਜਿਨ੍ਹਾਂ ਕਰਕੇ ਉਹਨਾਂ ਨੇ ਔਰੰਗਜ਼ੇਬ ਤੱਕ ਪਹੁੰਚ ਕੀਤੀ ਤੇ ਔਰੰਗਜ਼ੇਬ ਦੇ ਕੰਨ ਭਰੇ ਸਨ ਕਿ ਗੁਰੂ ਗੋਬਿੰਦ ਸਿੰਘ ਨੇ ਉੱਥੇ ਫੌਜ ਬਣਾ ਲਈ ਏ, ਉਸਨੇ ਇੱਕ ਰਣਜੀਤ ਨਗਾਰਾ ਬਣਾ ਲਿਆ, ਉਸਨੇ ਉੱਥੇ ਕਿਲੇ ਉਸਾਰ ਲਏ ਨੇ ਤੇ ਕੱਲ ਨੂੰ ਉਹ ਕਿਤੇ ਹਿੰਦੁਸਤਾਨ ਦੀ ਹਕੂਮਤ ਉੱਤੇ ਹੀ ਹਾਵੀ ਨਾ ਹੋ ਜਾਣ। ਇਸੇ ਕਰਕੇ ਔਰੰਗਜ਼ੇਬ ਨੇ ਫੌਜ ਭੇਜੀ। ਇਹਨਾਂ ਪਹਾੜੀ ਰਾਜਿਆਂ ਦੀ ਫੌਜ ਤੇ ਔਰੰਗਜ਼ੇਬ ਦੀ ਫੌਜ ਨੇ ਮਿਲ ਕੇ ਇਸ ਆਨੰਦਪੁਰ ਸ਼ਹਿਰ ਨੂੰ ਘੇਰਾ ਪਾਇਆ ਸੀ ਤੇ ਉਹ ਘੇਰਾ ਲਗਭਗ 8-10 ਮਹੀਨੇ ਚੱਲਿਆ ਸੀ। ਜਦੋਂ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਨੰਦਪੁਰ ਸਾਹਿਬ ਛੱਡਿਆ ਸੀ। ਸੋ ਉਹ ਇੱਕ ਵੱਖਰਾ ਇਤਿਹਾਸ ਹੈ। ਲੇਕਿਨ ਅਸੀਂ ਹੋਲੇ ਮਹੱਲੇ ਨਾਲ ਸੰਬੰਧਿਤ ਜਿਹੜੀ ਅੱਜ ਗੱਲ ਕਰਨੀ ਹੈ, ਗੁਰੂ ਮਹਾਰਾਜ ਜੀ ਨੇ ਜਦੋਂ ਫੌਜ ਤਿਆਰ ਕੀਤੀ ਸੀ, ਉਸ ਨੂੰ ਖਾਲਸਾ ਫੌਜ ਜਾਂ ਖਾਲਸਾ ਅਕਾਲ ਪੁਰਖ ਕੀ ਫੌਜ ਦਾ ਨਾਂ ਦਿੱਤਾ ਗਿਆ ਸੀ। ਉਸ ਫੌਜ ਨੂੰ ਆਪਸ ਵਿੱਚ ਉਹਨਾਂ ਨੇ ਮੁਕਾਬਲਾ ਕਰਨਾ ਸਿਖਾਇਆ ਸੀ ਕਿ ਕਿਵੇਂ ਤੁਸੀਂ ਦੁਸ਼ਮਣ ਦੇ ਉੱਤੇ ਹਮਲਾ ਕਰਨਾ ਹੈ ਤੇ ਕਿਵੇਂ ਜਿੱਤ ਪ੍ਰਾਪਤ ਕਰਨੀ ਹੈ। ਉਹ ਜਿਹੜੇ ਮੈਦਾਨੇ ਜੰਗ ਦੇ ਕੁਝ ਦਾਅ ਪੇਚ ਹੁੰਦੇ ਨੇ, ਉਹ ਸਿਖਾਏ ਗਏ ਸਨ। ਤੇ ਇਹ ਜਿਹੜੇ 5 ਕਿਲੇ ਬਣਾਏ, ਉਹਨਾਂ ਵਿੱਚੋਂ ਇੱਕ ਕਿਲਾ ਹੋਲਗੜ੍ਹ, ਉਸ ਕਿਲੇ ਨੂੰ ਥਾਂ ਮੰਨਿਆ ਜਾਂਦਾ ਸੀ ਜਿੱਥੇ ਹਮਲਾ ਕੀਤਾ ਜਾਣਾ ਸੀ। ਉਸ ਵਕਤ 2 ਟੋਲੀਆਂ ਸਿੱਖ ਫੌਜਾਂ ਦੀਆਂ ਬਣਾਈਆਂ ਜਾਂਦੀਆਂ ਤੇ ਉਹਨਾਂ ਦੋਹਾਂ ਟੋਲੀਆਂ ਦੇ ਵਿੱਚ ਮੁਕਾਬਲਾ ਕਰਵਾਇਆ ਜਾਂਦਾ ਤੇ ਮੁਕਾਬਲੇ ਦਾ ਜਿਹੜਾ ਸ਼ਿਖਰ ਸੀ, ਜਿਹੜਾ ਨਤੀਜਾ ਸੀ, ਉਹ ਇੱਥੇ ਜਾ ਕੇ ਨਿਕਲੇਗਾ ਕਿ ਉਸ ਹੋਲਗੜ੍ਹ ਕਿਲੇ ਉੱਤੇ ਕਬਜ਼ਾ ਕੌਣ ਕਰ ਲੈਂਦਾ ਹੈ। ਜਿਹੜਾ ਕਬਜ਼ਾ ਕਰ ਲਵੇਗਾ ਉਹ ਫੌਜੀ ਜੇਤੂ ਮੰਨਿਆ ਜਾਏਗਾ ਤੇ ਉਸ ਨੂੰ ਇਨਾਮ ਦਿੱਤੇ ਜਾਇਆ ਕਰਨਗੇ। ਇਹ ਸੀ ਹੋਲਾ ਮਹੱਲਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਵਿੱਚ ਹੋਲੀ ਦੇ ਬਦਲ ਵਿੱਚ ਦਿੱਤਾ ਸੀ ਕਿ ਤੁਸੀਂ ਅੱਜ ਇੱਕ ਦੂਜੇ ਉੱਤੇ ਰੰਗ ਨਹੀਂ ਸੁੱਟੋ, ਇੱਕ ਦੂਜੇ ਉੱਤੇ ਚਿੱਕੜ ਤੇ ਗਲੀਆਂ ਦਾ ਗੰਦਾ ਪਾਣੀ ਨਾ ਸੁੱਟੋ, ਕੁਝ ਮਜ਼ਾਕ ਇੱਕ ਦੂਜੇ ਨੂੰ ਨਾ ਕਰੋ, ਸਗੋਂ ਕੁਝ ਇਹੋ ਜਿਹੀ ਸਿਰਜਣਾ ਕੀਤੀ ਜਾਏ ਇਸ ਦਿਨ ਤਿਉਹਾਰ ਦੇ ਉੱਤੇ ਜਿਹੜੀ ਸਮਾਜਿਕ ਭਲਾਈ ਲਈ ਹੋਵੇ। ਤੇ ਤੁਸੀਂ ਪੁੱਛੋਗੇ ਕਿ ਫੌਜਾਂ ਦਾ ਆਪਸ ਵਿੱਚ ਮੁਕਾਬਲਾ ਕਰਵਾਉਣਾ ਤੇ ਉਸ ਕਿਲੇ ਉੱਤੇ ਜਿੱਤ ਹਾਸਲ ਕਰਨੀ, ਇਹਦੇ 'ਚ ਸਮਾਜ ਦੀ ਭਲਾਈ ਕੀ ਹੈ? ਜੇ ਸੱਚ ਆਖੀਏ ਤੇ ਹਿੰਦੁਸਤਾਨ ਅੱਜ ਹਿੰਦੁਸਤਾਨ ਹੀ ਤਾਂ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੌਜ ਤਿਆਰ ਕੀਤੀ ਸੀ। ਇਸ ਕਰਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਆਪਾਂ ਇਤਿਹਾਸ ਪੜ੍ਹਦੇ ਹਾਂ ਮਰਹੱਟਿਆਂ ਦਾ, ਇਤਿਹਾਸ ਪੜ੍ਹਦੇ ਹਾਂ ਰਾਜਪੂਤਾਂ ਰਾਣਿਆਂ ਦਾ, ਉਹ ਸਾਰੇ ਕਿਸੇ ਨਾ ਕਿਸੇ ਵੇਲੇ ਇਹਨਾਂ ਮੁਗਲ ਹੁਕਮਰਾਨਾਂ ਦੇ ਅਧੀਨ ਉਹਨਾਂ ਦੀ ਗੁਲਾਮੀ ਪ੍ਰਵਾਨ ਕਰ ਲੈਂਦੇ ਰਹੇ ਨੇ। ਉਹਨਾਂ ਦੇ ਮੁਕਾਬਲੇ ਡਟ ਕੇ ਖੜੇ ਨਹੀਂ ਸਨ ਹੁੰਦੇ, ਭਾਵੇਂ ਇੱਕਾ ਦੁੱਕਾ ਲੜਾਈਆਂ ਵੀ ਹੋਈਆਂ ਜਿਵੇਂ ਪਾਣੀਪਤ ਦੀ, ਹੋਰ ਵੀ 1-2 ਨੇ, ਪਰ ਉਹਨਾਂ 'ਚੋਂ ਹਾਰ ਹੀ ਖਾਂਦੇ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਇੱਕ ਛੋਟੀ ਜਿਹੀ ਫੌਜੀ ਟੁਕੜੀ ਤਿਆਰ ਕੀਤੀ ਸੀ, ਉਹਨਾਂ ਨੇ ਸ਼ਹਾਦਤਾਂ ਤਾਂ ਦਿੱਤੀਆਂ ਪਰ ਕਦੀ ਵੀ ਗੁਲਾਮੀ ਕਬੂਲ ਨਹੀਂ ਕੀਤੀ। ਉਹਨਾਂ ਨੂੰ ਆਨੰਦਪੁਰ ਛੱਡਣਾ ਪਿਆ, ਉਹਨਾਂ ਨੂੰ ਕਈ ਜੰਗਾਂ ਲੜਨੀਆਂ ਪਈਆਂ, ਉਹਨਾਂ ਨੂੰ ਆਪਣੇ ਛੋਟੇ ਬੱਚੇ
ਫਤਿਹਗੜ੍ਹ ਸਾਹਿਬ ਦੇ ਅੰਦਰ ਜਿਉਂਦੇ ਦੀਵਾਰਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾਉਣੇ ਪਏ। ਉਹਨਾਂ ਨੇ ਕਰਵਾਏ, ਪਰ ਮੁਗਲਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਗੁਲਾਮੀ ਕਬੂਲ ਨਹੀਂ ਕੀਤੀ। ਸੋ ਔਰੰਗਜ਼ੇਬ ਨੂੰ ਜਦੋਂ ਜ਼ਫਰਨਾਮਾ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲਿਖਿਆ ਹੋਇਆ, ਉਸ ਨੇ ਬਹੁਤ ਪਛਤਾਵਾ ਕੀਤਾ ਸੀ ਕਿ ਮੈਂ ਇੰਨੀ ਵੱਡੀ ਗਲਤੀ ਕਰ ਚੁੱਕਾ ਆਪਣੇ ਜੀਵਨ ਵਿੱਚ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਹੋਲੀ ਦੀ ਥਾਂ ਇੱਕ ਹੋਲਾ ਮਹੱਲਾ ਨਾਂ ਦਾ ਤਿਉਹਾਰ ਦਿੱਤਾ, ਜਿਸ ਨੂੰ ਕੱਲ੍ਹ ਦੇ ਦਿਹਾੜੇ ਅਨੰਦਪੁਰ ਸਾਹਿਬ ਦੇ ਅੰਦਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ। ਤੇ ਭਾਵੇਂ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜੇ ਤਿਉਹਾਰ ਨੇ ਜਦੋਂ ਬਣਾਏ ਜਾਂਦੇ ਨੇ ਉਦੋਂ ਇਹਨਾਂ ਦੀ ਰੂਪ ਰੇਖਾ ਕੁਝ ਹੋਰ ਹੁੰਦੀ ਹੈ ਤੇ ਸਮਾਂ ਪਾ ਕੇ ਇਹ ਰੂਪ ਰੇਖਾ ਬਦਲ ਜਾਂਦੀ ਹੈ। ਅੱਜ ਇਹ ਤਿਉਹਾਰ ਵੀ ਉਹ ਨਹੀਂ ਰਿਹਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵਕਤ ਬਣਾਇਆ ਸੀ ਤੇ ਸਿੱਖ ਕੌਮ ਨੂੰ ਦਿੱਤਾ ਸੀ। ਅੱਜ ਇਹਦੇ ਵੀ ਸੁਧਾਰ ਵਿੱਚ ਇਹਦੇ ਸੁਧਾਰ ਕਰਨ ਦੀ ਜ਼ਰੂਰਤ ਹੈ। ਸੋ ਚਲੋ ਅਸੀਂ ਹੁਣ ਗੱਲ ਕਰਦੇ ਹਾਂ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਆਪਾਂ ਪਿੱਛੇ ਗੱਲ ਪਿਛਲੀ ਕਥਾ ਵਿੱਚ ਕਰ ਲਈ ਸੀ ਕਿ ਇਹਨਾਂ ਨੇ ਜਿਹੜੀ ਵਾਰ ਲਿਖੀ ਉਹ ਕਿਵੇਂ, ਉਹਦਾ ਕਾਰਨ ਕੀ ਬਣਿਆ ਲਿਖਣ ਦਾ। ਸੱਤਾ ਤੇ ਬਲਵੰਡ ਨਾਰਾਜ਼ ਹੋ ਕੇ ਘਰ ਚਲੇ ਗਏ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਸੱਦਣ ਗਏ, ਉਹ ਨਹੀਂ ਆਏ। ਤੇ ਗੁਰੂ ਜੀ ਨੇ ਆ ਕੇ ਸੰਗਤ ਨੂੰ ਆਖਿਆ ਕਿ ਚਲੋ ਆਪਾਂ ਸਾਰੇ ਮਿਲ ਕੇ ਕੀਰਤਨ ਕਰੀਏ। ਉਹ ਨਹੀਂ ਆਏ ਤੇ ਉਹਨਾਂ ਨੂੰ ਰਹਿਣ ਦਿਓ। ਸੰਗਤ ਨੇ ਉਹਨਾਂ ਨੂੰ ਰਹਿਣ ਦਿੱਤਾ ਤੇ ਸੰਗਤ ਨੇ ਗੁਰੂ ਜੀ ਨੇ ਮਿਲ ਕੇ ਉਸ ਦਿਨ ਕੀਰਤਨ ਕੀਤਾ। ਸੱਤਾ ਤੇ ਬਲਵੰਡ ਇਹ ਦੋਵੇਂ ਜਣੇ ਮਾਨੋ ਸਿੱਖ ਸੰਗਤ ਦੀ ਨਿਗਾਹ ਤੋਂ ਡਿੱਗ ਪਏ। ਹੁਣ ਇਹਨਾਂ ਨੂੰ ਕੋਈ ਆਪਣੇ ਘਰ ਨਹੀਂ ਸੱਦਦਾ, ਕੋਈ ਇਹਨਾਂ ਦੇ ਮੱਥੇ ਲੱਗਣ ਨੂੰ ਰਾਜ਼ੀ ਨਹੀਂ, ਕਿਉਂਕਿ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਕੁਝ ਬਚਨ ਆਖੇ ਸਨ। ਕੁਛ ਹੀ ਮਹੀਨਿਆਂ ਵਿੱਚ ਇਹਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਇਹਨਾਂ ਦੇ ਮਨ ਵਿੱਚ ਆਇਆ ਕਿ ਸਾਨੂੰ ਗੁਰੂ ਜੀ ਕੋਲੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ, ਸਾਡੇ ਤੋਂ ਸੱਚਮੁੱਚ ਹੀ ਗਲਤੀ ਹੋਈ ਹੈ, ਸਾਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਹੁਣ ਮੁਆਫੀ ਕਿਵੇਂ ਮੰਗਣ? ਇਹ ਲਾਹੌਰ ਗਏ। ਉਸ ਵਕਤ ਇੱਕ ਲਾਹੌਰ ਸਿੱਖ ਰਹਿੰਦਾ ਸੀ ਜਿਹਦਾ ਨਾਂ ਸੀ ਭਾਈ ਲੱਧਾ ਤੇ ਉਹਦਾ ਟਾਈਟਲ ਸੀ ਪਰ ਉਪਕਾਰੀ ਤਖੱਲਸ। ਉਹ ਹਮੇਸ਼ਾ ਸਾਰੀ ਜ਼ਿੰਦਗੀ ਗੁਰੂ ਜੀ ਤੋਂ ਸਿੱਖਿਆ ਲੈ ਕੇ ਪਰ ਉਪਕਾਰ ਦੇ ਹੀ ਕੰਮ ਕਰਦਾ ਰਿਹਾ, ਲੋਕ ਭਲਾਈ ਦੇ ਕੰਮ ਹੀ ਕਰਦਾ ਰਿਹਾ। ਇਹਨਾਂ ਨੇ ਭਾਈ ਲੱਧਾ ਜੀ ਕੋਲ ਪਹੁੰਚ ਕੀਤੀ ਕਿ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਮੁਆਫੀ ਮੰਗਣਾ ਚਾਹੁੰਦੇ ਹਾਂ, ਸਾਡੇ ਤੋਂ ਬੜੀ ਭਾਰੀ ਗਲਤੀ ਹੋਈ ਏ ਤੇ ਅਸੀਂ ਕਿਹੜੇ ਮੂੰਹ ਨਾਲ ਜਾ ਕੇ ਮਾਫੀ ਮੰਗੀਏ, ਕਿਉਂਕਿ ਅਸੀਂ ਕੁਝ ਸ਼ਬਦ ਮਾੜੇ ਬੋਲ ਬੈਠੇ ਹਾਂ। ਭਾਈ ਲੱਧਾ ਜੀ ਨੇ ਆਖਿਆ ਚਲੋ ਮੈਂ ਤੁਹਾਡੇ ਨਾਲ ਚੱਲਦਾ, ਤੁਹਾਡੀ ਜਗ੍ਹਾ ਮੈਂ ਮਾਫੀ ਮੰਗਾਂਗਾ ਤੇ ਤੁਹਾਨੂੰ ਮੈਂ ਗੁਰੂ ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਰੱਖਦਾ ਹਾਂ ਕਿ ਉਹ ਮੁਆਫ ਕਰ ਦੇਣਗੇ। ਉਹ ਇਹਨਾਂ ਦੋਵਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਆਏ ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਆਪਣੀ ਭੁੱਲ ਕਬੂਲ ਕਰਦੇ ਨੇ ਤੇ ਸਮਝਦੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਏ, ਆਪ ਜੀ ਤੋਂ ਮਾਫੀ ਮੰਗਦੇ ਨੇ। ਗੁਰੂ ਮਹਾਰਾਜ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ ਤੇ ਫਿਰ ਕੀਰਤਨ ਕਰਨ ਲਈ ਉਹਨਾਂ ਨੂੰ ਕਹਿ ਦਿੱਤਾ। ਜਦੋਂ ਉਹਨਾਂ ਨੂੰ ਕੀਰਤਨ ਕਰਨ ਲਈ ਆਖਿਆ ਗਿਆ, ਉਹਨਾਂ ਕੀਰਤਨ ਤਾਂ ਕੀਤਾ, ਲੇਕਿਨ ਉਹਨਾਂ ਨੇ ਫਿਰ ਆਹ ਵਾਰ ਲਿਖੀ ਗੁਰੂ ਮਹਾਰਾਜ ਜੀ ਦੀ ਵਡਿਆਈ ਵਿੱਚ, ਕਿਉਂਕਿ ਏਡੀ ਵੱਡੀ ਗਲਤੀ ਕੋਈ ਕਰੇ, ਔਰ ਗਲਤੀ ਵੀ ਆਮ ਬੰਦੇ ਨਾਲ ਨਹੀਂ, ਸਗੋਂ ਉਸ ਸ਼ਖਸੀਅਤ ਦੇ ਸੰਬੰਧ ਵਿੱਚ ਮਾੜੇ ਬੋਲ ਬੋਲਣੇ ਜੋ ਕਿ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਦਿੰਦੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਮਾੜੇ ਬੋਲ ਬੋਲੇ ਸਨ, ਔਰ ਉਹ ਬੋਲਤੇ ਚਲੋ ਜੋ ਬੋਲੇ ਬੋਲੇ ਹੀ। ਉਹਨਾਂ ਨੇ ਇਸ ਤਰ੍ਹਾਂ ਵੀ ਆਪਣੇ ਆਪ ਨੂੰ ਸਾਹਮਣੇ ਲਿਆਂਦਾ ਕਿ ਸਾਡੇ ਹੀ ਬਣਾਏ ਹੋਏ ਗੁਰੂ ਬਣਦੇ ਨੇ,
ਜੇ ਅਸੀਂ ਕੀਰਤਨ ਨਾ ਕਰੀਏ ਤੇ ਗੁਰੂ ਨੂੰ ਕੌਣ ਪੁੱਛੇ। ਇਸ ਤਰ੍ਹਾਂ ਵੀ ਉਹਨਾਂ ਦੀ ਵਿਚਾਰ ਸੀ ਕਿ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੇ ਭਾਈ ਮਰਦਾਨਾ ਜੀ ਨਾ ਹੁੰਦੇ ਤੇ ਗੁਰੂ ਨਾਨਕ ਸਾਹਿਬ ਨੂੰ ਕਿਹਨੇ ਜਾਣਨਾ ਸੀ। ਇਹੋ ਜਿਹੇ ਸ਼ਬਦ ਵੀ ਉਹਨਾਂ ਆਖੇ ਸਨ। ਫਿਰ ਉਹਨਾਂ ਨੇ ਇਹ ਗੁਰੂ ਮਹਾਰਾਜ ਦੀ ਵਡਿਆਈ ਵਿੱਚ ਬਚਨ ਜਿਹੜੇ ਲਿਖੇ, 5 ਮਿੰਟ ਦਾ ਸਮਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬਲਵੰਡ ਜੀ ਨੇ 3 ਪੌੜੀਆਂ ਜਿਹੜੀਆਂ ਪਹਿਲੀਆਂ ਨੇ ਇਹ ਉਹਦੀਆਂ ਲਿਖੀਆਂ ਨੇ, ਪਿਛਲੀਆਂ 5 ਪੌੜੀਆਂ ਇਹ ਸੱਤਾ ਜੀ ਦੀਆਂ ਲਿਖੀਆਂ ਹੋਈਆਂ ਨੇ। ਇਹ 8 ਪੌੜੀਆਂ ਤੇ ਆਧਾਰਿਤ ਇੱਕ ਵਾਰ ਹੈ ਰਾਮਕਲੀ ਰਾਗ ਦੇ ਅੰਦਰ, ਜਿਹਦੇ ਵਿੱਚ ਉਹ ਗੁਰੂ ਘਰ ਦੀ ਵਡਿਆਈ ਕਰਦੇ ਹੋਏ ਇੱਥੇ ਲੰਗਰ ਦੀ ਗੱਲ ਕਰਦੇ ਨੇ। ਅੱਜ ਜਿਹੜਾ ਲੰਗਰ ਪੂਰੀ ਦੁਨੀਆ ਵਿੱਚ ਚੱਲਦਾ ਹੈ, ਜਿੱਥੇ ਕਿਤੇ ਜ਼ਰੂਰਤ ਹੁੰਦੀ ਹੈ ਸਿੱਖ ਲੋਕ ਉੱਥੇ ਪਹੁੰਚ ਕੇ ਲੋਕਾਂ ਨੂੰ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਭੁੱਖੇ ਨੂੰ ਰੋਟੀ ਦੇਣੀ। ਅੱਜ ਜੇ ਤੁਸੀਂ ਪੋਲੈਂਡ ਦੇ ਬਾਰਡਰ ਤੇ ਵੇਖੋ ਤੇ ਉੱਥੇ ਵੀ ਸਿੱਖਾਂ ਨੇ ਆਪਣਾ ਲੰਗਰ ਜਾਰੀ ਕੀਤਾ ਹੋਇਆ ਹੈ। ਜਿੱਥੇ ਰਾਤ ਦਿਨ ਗੋਲੇ ਤੇ ਬੰਬ ਚੱਲ ਰਹੇ ਨੇ, ਉੱਥੇ ਬੈਠ ਕੇ ਸਿੱਖ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਭੁੱਖਿਆਂ ਨੂੰ ਰੋਟੀ ਖਵਾ ਰਹੇ ਨੇ। ਕੋਵਿਡ-19 ਦੇ ਅੰਦਰ ਭਾਵੇਂ ਦਿੱਲੀ ਹੈ ਤੇ ਭਾਵੇਂ ਪੂਰਾ ਹਿੰਦੁਸਤਾਨ ਹੈ ਤੇ ਭਾਵੇਂ ਪੂਰੀ ਦੁਨੀਆ ਹੈ, ਜਿੱਥੇ ਕਿਤੇ ਲੋੜ ਪਈ ਸਿੱਖ ਗੁਰੂ ਕਾ ਲੰਗਰ ਲੈ ਕੇ ਉੱਥੇ ਪਹੁੰਚੇ ਤੇ ਭੁੱਖਿਆਂ ਨੂੰ ਭੋਜਨ ਨਾਲ ਉਹਨਾਂ ਦੀ ਸੇਵਾ ਕੀਤੀ। ਇਹ ਪ੍ਰਥਾ ਗੁਰੂ ਜੀ ਨੇ ਆਪ ਚਲਾਈ ਸੀ ਕਿ ਭੁੱਖੇ ਨੂੰ ਪਹਿਲਾਂ ਰੋਟੀ ਦਿਓ, ਫਿਰ ਉਹਨੂੰ ਆਖੋ ਬਹਿ ਕੇ ਨਾਮ ਜਪ। ਜੇ ਉਹ ਢਿੱਡੋਂ ਭੁੱਖਾ ਹੈ ਤੇ ਉਹਨੂੰ ਤੁਸੀਂ ਆਖੋਗੇ ਤੂੰ ਅਧਿਆਤਮਵਾਦ ਦੇ ਰਾਹ ਤੇ ਤੁਰ, ਉਹ ਨਹੀਂ ਤੁਰ ਪਾਏਗਾ। ਮਨੁੱਖ ਦੀ ਪਹਿਲੀ ਜ਼ਰੂਰਤ ਜਿਹੜੀ ਹੈ ਸਰੀਰ ਨੂੰ ਜਿੰਦਾ ਰੱਖਣ ਲਈ, ਉਹ ਰੋਟੀ ਦੀ ਲੋੜ ਹੈ, ਭੋਜਨ ਦੀ ਲੋੜ ਹੈ। ਤੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਬਲਵੰਡ ਜੀ ਲਿਖਦੇ ਨੇ ਲੰਗਰ 2 ਤਰ੍ਹਾਂ ਦਾ ਹੁੰਦਾ ਹੈ। ਉਂਝ ਇੱਕ ਗੱਲ ਮੈਂ ਆਖਣਾ ਚਾਹਾਂਗਾ ਕਿ ਅਸੀਂ ਇੱਕ ਤਰ੍ਹਾਂ ਦੇ ਲੰਗਰ ਉੱਤੇ ਵਧੇਰੇ ਫੋਕਸ ਕੀਤਾ ਹੋਇਆ ਹੈ, ਦੂਜੀ ਤਰ੍ਹਾਂ ਦਾ ਲੰਗਰ ਅਸੀਂ ਅੱਖੋਂ ਪਰੋਖੇ ਕੀਤਾ ਹੋਇਆ ਹੈ। ਮੈਂ ਉਹਦੇ ਵੱਲ ਤੁਹਾਡਾ ਧਿਆਨ ਸਿਰਫ ਦਿਵਾਉਣਾ ਚਾਹੁੰਦਾ ਹਾਂ। ਕਰਨੀ ਤੁਸੀਂ ਆਪਣੀ ਮਰਜ਼ੀ, ਜੋ ਕਿਸੇ ਨੂੰ ਚੰਗਾ ਲੱਗੇ ਉਹ ਕਰੇ। ਬਲਵੰਡ ਜੀ ਲਿਖਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਦਰਬਾਰ ਵਿੱਚ, ਯਾਨੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਲੰਗਰ ਚੱਲੈ ਗੁਰ ਸ਼ਬਦ। ਗੁਰੂ ਦੇ ਸ਼ਬਦ ਰਾਹੀਂ ਲੰਗਰ ਚੱਲਦਾ ਹੈ। ਰੋਟੀ ਤਾਂ ਮਿਲਦੀ ਏ, ਉੱਥੇ ਮਾਤਾ ਖੀਵੀ ਜੀ ਦੀ ਡਿਊਟੀ ਸੀ ਗੁਰੂ ਅੰਗਦ ਦੇਵ ਮਹਾਰਾਜ ਦੇ ਲੰਗਰਾਂ ਵਿੱਚ ਲੰਗਰ ਦੀ ਸੇਵਾ ਕਰਨ ਦੀ। ਬਲਵੰਡ ਜੀ ਨੇ ਲਿਖਿਆ, ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਮਾਤਾ ਖੀਵੀ ਜੀ ਲੰਗਰ ਚਲਾਉਂਦੇ ਨੇ, ਜਿਹੜਾ ਸਾਨੂੰ ਸਰੀਰਕ ਪੌਸ਼ਟਿਕ ਲੰਗਰ, ਜਿਹੜਾ ਸਰੀਰਕ ਤੌਰ ਤੇ ਸਾਨੂੰ ਬਲ ਦਿੰਦਾ, ਸਾਨੂੰ ਤਾਕਤ ਦਿੰਦਾ। ਗੁਰੂ ਦਾ ਸ਼ਬਦ ਸਾਨੂੰ ਆਤਮਿਕ ਤੌਰ ਤੇ ਬਲਵਾਨ ਕਰਦਾ ਹੈ। ਇੱਕ ਭੋਜਨ ਹੈ ਜਿਹੜਾ ਸਰੀਰ ਦੀ ਲੋੜ ਨੂੰ ਪੂਰੀਆਂ ਕਰਦਾ ਹੈ, ਸ਼ਬਦ ਦਾ ਭੋਜਨ ਹੈ ਜਿਹੜਾ ਸਾਡੀ ਆਤਮਾ ਨੂੰ ਭੋਜਨ ਦਿੰਦਾ, ਆਤਮਾ ਨੂੰ ਬਲਵਾਨ ਕਰਦਾ। ਸੋ ਦੋਨਾਂ ਹੀ ਲੰਗਰਾਂ ਦੀ ਜ਼ਰੂਰਤ ਹੈ, ਪਰ ਅਸੀਂ ਸਰੀਰਕ ਲੰਗਰ ਉੱਤੇ ਵਧੇਰੇ ਜ਼ੋਰ ਦਿੱਤਾ ਤੇ ਜਿਹੜਾ ਆਤਮਿਕ ਲੰਗਰ ਸੀ ਅਸੀਂ ਉਹਦੇ ਤੋਂ ਕਿਸੇ ਨਾ ਕਿਸੇ ਕਾਰਨ ਜਾਂ ਅਣਜਾਣੇ ਅਸੀਂ ਪਿੱਛੇ ਰਹਿ ਗਏ। ਪਰ ਬਲਵੰਡ ਜੀ ਲਿਖਦੇ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੰਗਰ ਚੱਲੈ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਉਹ ਜਿਹੜੀ ਗੁਰੂ ਸ਼ਬਦ ਦੀ ਖੱਟੀ ਹੈ, ਉਹ ਜਿਹੜੀ ਗੁਰੂ ਸ਼ਬਦ ਦੀ ਕਮਾਈ, ਉਹਨੂੰ ਕਦੀ ਤੋਟ ਨਹੀਂ ਆਉਂਦੀ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਵੀ ਬਚਨ ਤੇ ਲਿਖੇ ਹੀ ਨੇ ਕਿ ਤੁਸੀਂ ਇਸ ਲੰਗਰ ਨੂੰ ਰਾਤ ਦਿਨ ਵਰਤਾਉਂਦੇ ਰਿਹਾ ਕਰੋ। ਇਹ ਲੰਗਰ ਕਦੀ ਥੁੜੇਗਾ ਨਹੀਂ, ਇਹ ਲੰਗਰ ਕਦੀ ਘਟੇਗਾ ਨਹੀਂ। ਜਿੰਨਾ ਤੁਸੀਂ ਵਰਤਾਓਗੇ ਓਨਾ ਵਧੇਗਾ। ਉਹ ਹੈ ਸ਼ਬਦ ਦਾ ਲੰਗਰ, ਜਿਸ ਨੂੰ ਗੁਰੂ ਜੀ ਨੇ ਆਖਿਆ ਆਪ ਜਪੋ ਅਵਰਾ ਨਾਮ ਜਪਾਵੋ। ਆਪ ਜਪਣਾ, ਦੂਜਿਆਂ ਨੂੰ ਨਾਮ ਜਪਾਉਣਾ, ਇਹ ਆਤਮਾ ਦਾ ਭੋਜਨ ਹੈ। ਇਹ ਸਾਨੂੰ ਜ਼ਰੂਰੀ ਹੁੰਦਾ, ਪਰ ਇਹਦੇ ਤੋਂ ਅਸੀਂ ਪਿੱਛੇ ਰਹਿ ਗਏ ਹਾਂ।
ਖਰਚੇ ਦਿੱਤ ਖਸਮ ਦੀ ਆਪ ਖਹਿਦੀ ਖੈਰ ਦਬੱਟੀ ਹੈ। ਦਿੱਤ ਦਾ ਇੱਥੇ ਅਰਥ ਹੈ ਦਾਤ, ਜਿਹੜੀ ਵਾਹਿਗੁਰੂ ਜੀ ਵੱਲੋਂ ਗੁਰੂ ਨੂੰ ਪ੍ਰਾਪਤ ਹੋਈ। ਉਹ ਸੀ ਨਾਮ ਦੀ ਦਾਤ, ਉਹ ਸੀ ਸ਼ਬਦ ਦੀ ਦਾਤ। ਗੁਰੂ ਮਹਾਰਾਜ ਉਹ ਸ਼ਬਦ ਦੀ ਦਾਤ ਨੂੰ ਖਰਚਦੇ ਨੇ, ਭਾਵ ਲੋਕਾਂ ਤੱਕ ਪਹੁੰਚਾਉਂਦੇ ਨੇ, ਭਾਈ ਤੁਸੀਂ ਵੀ ਨਾਮ ਜਪਿਆ ਕਰੋ। ਤੇ ਆਪ ਵੀ ਉਹਨੂੰ ਖਰਚਦੇ ਨੇ ਤੇ ਦਬਾ ਦਬ ਖਰਚਦੇ ਨੇ, ਲੋਕਾਂ ਤੱਕ ਪਹੁੰਚਾਉਂਦੇ ਨੇ ਕਿ ਕੋਈ ਇਸ ਦਾਤ ਤੋਂ ਵਾਂਝਾ ਨਾ ਰਹਿ ਜਾਏ। ਸਭਨਾਂ ਨੂੰ ਇਹ ਨਾਮ ਦੀ ਦਾਤ ਜਿਹੜੀ ਏ ਇਹ ਪ੍ਰਾਪਤ ਹੋਵੇ। ਸੋ ਗੁਰੂ ਮਹਾਰਾਜ ਜੀ ਦੀ ਵਡਿਆਈ ਵਿੱਚ ਇਹ ਵੀ ਬਚਨ ਉਹਨਾਂ ਨੇ ਲਿਖੇ, ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਆ। ਇਹ ਸੱਤਾ ਜੀ ਦੇ ਬਚਨ ਨੇ ਕਿ ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਨਹੀਂ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਗੁਰੂ ਦੀ ਸੰਗਤ ਵਿੱਚ ਨਹੀਂ ਆ ਕੇ ਬੈਠੇ, ਗੁਰੂ ਦੇ ਆਖੇ ਲੱਗ ਕੇ ਸੇਵਾ ਨਹੀਂ ਕੀਤੀ, ਉਹ ਮਾਨੋ ਮਨਮੁਖ ਬੰਦੇ ਆਤਮਿਕ ਤੌਰ ਤੇ ਮੁਰਦਾ ਹੋ ਚੁੱਕੇ ਨੇ। ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ। ਉਹ ਸਥਾਨ, ਢੋਆ ਦਾ ਮਤਲਬ ਸਹਾਰਾ ਵੀ ਹੁੰਦਾ ਹੈ, ਆਸਰਾ ਵੀ ਹੁੰਦਾ ਹੈ। ਗੁਰੂ ਮਹਾਰਾਜ ਦੀ ਵਡਿਆਈ, ਬਜ਼ੁਰਗੀ, ਇੱਥੇ ਕਰਾਮਾਤ ਦਾ ਮਤਲਬ ਹੈ ਜੀ ਬਜ਼ੁਰਗੀ, ਉਹਨਾਂ ਦੀ ਵਡਿਆਈ। ਉਹ ਦੂਣੀ ਚੌਣੀ ਫੈਲੀ ਜਦੋਂ ਗੁਰੂ ਮਹਾਰਾਜ ਨੇ 2 ਤਰ੍ਹਾਂ ਦਾ ਲੰਗਰ ਆਪਣੇ ਦਰਬਾਰ ਵਿੱਚ ਜਾਰੀ ਕੀਤਾ। ਇੱਕ ਲੰਗਰ ਸਰੀਰਕ ਭੋਜਨ ਤੇ ਦੂਸਰਾ ਲੰਗਰ ਆਤਮਿਕ ਭੋਜਨ। ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਆ। ਚਾਰੇ ਜਾਗੇ ਚੌਂ ਜੁਗੀ ਤੋਂ ਮਤਲਬ ਹੈ 4 ਗੁਰੂ ਮਹਾਰਾਜ ਪਹਿਲਾਂ ਹੋਏ, ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ। ਜਾਗੇ ਤੋਂ ਮਤਲਬ ਹੈ ਉਹ ਆਪ ਚੇਤਨ ਹੋਏ ਤੇ ਲੋਕਾਂ ਨੂੰ ਚੇਤਨਤਾ ਵੰਡੀ ਕਿ ਤੁਸੀਂ ਕਿਤੇ ਸੁੱਤੇ ਸੁੱਤੇ ਸਾਰੀ ਜ਼ਿੰਦਗੀ ਨਾ ਲੰਘਾ ਕੇ ਚਲੇ ਜਾਇਆ ਜੇ। ਉੱਠੋ, ਜਾਗੋ, ਕੁਛ ਕਰਨ ਦਾ ਵੇਲਾ ਹੈ। ਤੇ ਕਰਨਾ ਕੀ ਏ? ਵਾਹਿਗੁਰੂ ਜੀ ਨੂੰ ਯਾਦ ਕਰਨਾ, ਉਸ ਨੂੰ ਭੁਲਾਉਣਾ ਨਹੀਂ, ਉਹਦੇ ਧਿਆਨ ਵਿੱਚ ਬੈਠਣਾ, ਉਹਦੇ ਸਿਮਰਨ ਵਿੱਚ ਬੈਠਣਾ ਤੇ ਮਨੁੱਖਤਾ ਦੇ ਨਾਲ ਉਸ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਸੇਵਾ ਵਿੱਚ ਜੁੜਨਾ। ਕਿਸੇ ਵੀ ਆਦਮੀ ਦੀ ਤੁਸੀਂ ਸੇਵਾ ਕਰੋ, ਇਸ ਤਰ੍ਹਾਂ ਨਾ ਕਰਨੀ ਕਿ ਮੈਂ ਉਹਦੀ ਸੇਵਾ ਕੀਤੀ ਤੇ ਉਹਦੇ ਉੱਤੇ ਅਹਿਸਾਨ ਕਰਦਾ ਹਾਂ। ਨਹੀਂ, ਬਿਲਕੁਲ ਗੁਰਮਤਿ ਇਹ ਨਹੀਂ ਸਿਖਾਉਂਦੀ। ਗੁਰਮਤਿ ਸਿਖਾਉਂਦੀ ਹੈ ਤੁਸੀਂ ਕਿਸੇ ਵੀ ਵਿਅਕਤੀ ਦੀ, ਕਿਸੇ ਵੀ ਜੀਵ ਦੀ ਸੇਵਾ ਕਰਕੇ ਉਹਦੇ ਤੇ ਅਹਿਸਾਨ ਨਹੀਂ ਕਰਨਾ, ਸਗੋਂ ਮਨ ਵਿੱਚ ਰੱਖਣਾ ਕਿ ਹੇ ਵਾਹਿਗੁਰੂ ਤੇਰਾ ਸ਼ੁਕਰ ਏ, ਤੂੰ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ। ਮਾਨਵਤਾ ਦੀ ਸੇਵਾ ਨੂੰ ਰੱਬ ਦੀ ਸੇਵਾ ਜਾਣ ਕੇ ਕਰਨਾ, ਇਹ ਸੀ ਗੁਰੂ ਮਹਾਰਾਜ ਦਾ ਆਦੇਸ਼। ਇਸ ਤਰ੍ਹਾਂ ਉਹ ਆਪ ਚੇਤਨ ਹੋਏ ਤੇ ਮਨੁੱਖਤਾ ਨੂੰ ਜਾਗਰੂਕਤਾ ਬਖਸ਼ੀ ਵੀ ਤੁਸੀਂ ਵੀ ਚੇਤਨ ਹੋਵੋ। ਪੰਚਾਇਨ ਆਪੇ ਹੋਆ। ਪੰਚਾਇਨ ਦਾ ਮਤਲਬ ਹੈ ਪਾਰ ਬ੍ਰਹਮ ਪਰਮੇਸ਼ਵਰ ਆਪ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਇਆ, ਜਿਸ ਨੇ ਸੱਤਾ ਤੇ ਬਲਵੰਡ ਕਹਿੰਦੇ ਨੇ ਕਿ ਸਾਡੇ ਭਲੇ ਲਈ ਵੀ ਸਾਨੂੰ ਮੁੜ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ। ਤੇ ਜਿਹੜੇ ਵੀ ਲੋਕ, ਚਾਹੇ ਉਹ ਮਨਮੁਖ ਹੀ ਕਿਉਂ ਨਾ ਹੋਣ, ਚਾਹੇ ਉਹ ਰੱਬ ਤੋਂ ਟੁੱਟੇ ਹੋਏ ਕਿਉਂ ਨਾ ਹੋਣ, ਚਾਹੇ ਉਹ ਗੁਰੂ ਮਹਾਰਾਜ ਦੀ ਨਿੰਦਿਆ ਕਰਨ ਵਾਲੇ ਹੀ ਕਿਉਂ ਨਾ ਹੋਣ, ਚਾਹੇ ਉਹ ਸੰਤਾਂ ਮਹਾਂਪੁਰਸ਼ਾਂ ਦੇ ਵਿਰੋਧੀ ਹੀ ਕਿਉਂ ਨਾ ਹੋਣ, ਪਰ ਜਿਹੜੇ ਵੀ ਗੁਰੂ ਦੀ ਹਜ਼ੂਰੀ ਵਿੱਚ, ਗੁਰੂ ਦੀ ਸੰਗਤ ਵਿੱਚ ਆ ਜਾਣਗੇ, ਗੁਰੂ ਮਹਾਰਾਜ ਉਹਨਾਂ ਤੇ ਬਖਸ਼ਿਸ਼ਾਂ ਹੀ ਕਰਦੇ ਨੇ। ਕੋਈ ਵੀ ਐਸਾ ਵਿਅਕਤੀ ਨਹੀਂ ਜਿਹੜਾ ਸੰਗਤ ਵਿੱਚ ਆਵੇ ਤੇ ਉਹਨੂੰ ਆਖਿਆ ਜਾਏ ਕਿ ਤੂੰ ਸੰਗਤ ਵਿੱਚ ਬੈਠਣ ਦਾ ਅਧਿਕਾਰੀ ਨਹੀਂ। ਇਹੀ ਗੁਰੂ ਘਰ ਦੀ ਵਡਿਆਈ ਹੈ। ਅੱਜ ਵੀ ਦੁਨੀਆ ਵਿੱਚ ਕਈ ਥਾਵਾਂ ਐਸੀਆਂ ਨੇ ਜਿੱਥੇ ਔਰਤ ਜਾਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਕਈ ਥਾਵਾਂ ਐਸੀਆਂ ਨੇ ਜਿੱਥੇ ਦੂਸਰੀ ਜਾਤੀ ਦੇ ਮਨੁੱਖ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਜਾਂਦਾ। ਸੋ ਗੁਰੂ ਮਹਾਰਾਜ ਨੇ ਦਰਬਾਰ ਸਾਹਿਬ ਨੂੰ 4 ਦਰਵਾਜ਼ੇ ਲਗਾ ਕੇ ਚਾਰੇ ਦਿਸ਼ਾਵਾਂ ਦੇ ਲੋਕਾਂ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਜਿਹੜੀ ਉਹਨੂੰ ਖੋਲ ਦਿੱਤਾ ਵੀ ਇੱਥੇ ਕੋਈ ਵੀ ਅੰਦਰ ਆ ਸਕਦਾ। ਇੱਥੇ ਨਾਮਦੇਵ ਨੂੰ ਸ਼ੂਦਰ ਕਹਿ ਕੇ ਧੱਕੇ ਮਾਰ ਕੇ ਬਾਹਰ ਨਹੀਂ ਕੱਢਿਆ ਜਾਏਗਾ। ਇੱਥੇ ਰਵਿਦਾਸ ਨੂੰ ਚਮਾਰ ਆਖ ਕੇ ਉਹਨੂੰ ਮੰਦਰ ਵਿੱਚ ਵੜਨ ਤੋਂ ਇਨਕਾਰ ਨਹੀਂ ਕੀਤਾ ਜਾਏਗਾ।
ਇੱਥੇ ਕੋਈ ਵੀ ਦੁਨੀਆ ਦਾ ਬੰਦਾ ਆਵੇ ਉਸ ਨੂੰ ਸਤਿਕਾਰ ਮਿਲੇਗਾ। ਤੇ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਉਹ ਸਭ ਲੋਕਾਈ ਨੂੰ ਸਾਂਝਾ ਉਪਦੇਸ਼ ਮਿਲੇਗਾ। ਪਰ ਗੱਲ ਤਾਂ ਇਹ ਆ ਜੀ, ਜਿਹੜਾ ਉਪਦੇਸ਼ ਦੀ ਕਮਾਈ ਕਰੇਗਾ ਪੱਲੇ ਤੇ ਉਹਦੇ ਹੀ ਕੁਝ ਪੈਣਾ ਹੈ। ਜਿਹੜਾ ਮੇਰੇ ਵਰਗਾ ਗੱਲਾਂ ਬਣਾ ਕੇ ਚਲਾ ਜਾਏਗਾ ਉਹ ਉਹੋ ਜਿਹਾ ਹੀ ਰਹਿ ਜਾਏਗਾ ਜਿਹੋ ਜਿਹਾ ਉਹ ਸੀ। ਸੋ ਜੀ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਅਸੀਂ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਬਚਨ ਜਿਹੜੇ ਆਪਾਂ ਗੁਰਬਾਣੀ ਦੇ ਜ਼ਰੀਏ ਸੁਣਦੇ, ਸਮਝਦੇ, ਪੜ੍ਹਦੇ, ਵਿਚਾਰਦੇ ਹਾਂ, ਉਹਨਾਂ ਨੂੰ ਆਪਣੇ ਮਨਾਂ ਵਿੱਚ ਥਾਂ ਦਈਏ, ਜੀਵਨ ਵਿੱਚ ਅਪਣਾਈਏ। ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਇਸ ਵਿਚਾਰ ਨੂੰ ਸੁਣਿਆ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।